ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਰਬ ਗੁਣ ਨਿਧਾਨ ਕੀਮਤ ਨਾ ਗਿਆਨ ਧਿਆਨ। ਉੱਚੇ ਤੇ ਉੱਚੋ ਜਾਣੀ ਜੈ ਪ੍ਰਭ ਤੇਰੋ ਥਾਨ। ਮਨ ਤਨ ਹੈ ਪ੍ਰਾਨ ਏਕੈ ਸੂਤ ਹੈ ਜਹਾਨ। ਕਵਨ ਉਪਮਾ ਦਿਓ ਵੱਡੇ ਤੇ ਬੜਾਨ। ਜਾਣ ਕੌਣ ਤੇਰਾ ਭਇਓ ਅਲਖੇ ਅਪਾਰ ਦਿਓ। ਅਕਲ ਕਲਾ ਹੈ ਪ੍ਰਭ ਸਰਬ ਕੋ ਧਨ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ। ਏਕ ਜੀ ਕਿਆ ਬਖਾਨੈ ਹਾਂ ਕੇ ਬਲ 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 ਬਲ। ਸਾਧ ਬਲਹਾਰ जग और न जाए महात्म में अवतारे उजागर आन कियो। तिनके दुख कोटक दूर गए मथुरा जिन अमृत नाम पियो। इह पद्धत ते मत चूकह रे मन भेद बभेद न जान बियो। प्रताक्ष हृदय गुर अर्जन के हर पूरन ब्रह्म निवास लियो। अब रखो दास पाठ की लाज। अब रखो अब रखो दास पाठ की लाज। जैसी राखी लाज भगत प्रहलाद की। हर नाकत फारे कर आज। हुन द्रौपदी लाज रखी हर प्रभ जी। छीनत वस्त्र दीन बहु साज। सो दामा अपदा ते रखिया गण का पड़त पुरे तेह काज। श्री सतगुर सो प्रसन्न कल जुग होए। रखो दास पाठ की लाज। सारे करो कृपा सज्जन सच्चा पातशाह। सिर सांद जिस पास बैठिया। सबना दा वेसा सज्जन सच्चा पातशाह। सिर सांद जिस पास बैठिया सोईए। सवना दा तुद आगे अरदास हमारी। जियो पिंड सब तेरा तुद आगे अरदास हमारी। जियो
ਪਿੰਡ ਸਭ ਤੇਰਾ, ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਪਰਮ ਪੈ ਭੁੱਲੇ, ਸੁਤ ਤਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਲੰਤ ਜਮ ਤਰਾਸ ਮਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਰਵ ਸ਼ਕਤੀਮਾਨ, ਕਰੋੜਾਂ ਖੰਡਾਂ ਬ੍ਰਹਮੰਡਾਂ ਦੇ ਮਾਲਕ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਅਤੇ ਪਵਿੱਤਰ ਗੋਦ 'ਚ ਜੋੜ ਮਿਲ ਬੈਠੀਆਂ ਗੁਰਮੁਖ ਪ੍ਰੇਮੀ ਸਤਸੰਗਨ ਰੂਹਾਂ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਨੇ ਐਡੀ ਵੱਡੀ ਬਖਸ਼ਿਸ਼ ਸਾਡੇ ਸਾਰਿਆਂ ਤੇ ਕੀਤੀ ਕਿ ਸਾਡੇ ਜਨਮਾਂ ਜਨਮਾਂਤਰਾਂ ਦੇ ਔਗਣ ਨਾ ਦੇਖਦਿਆਂ ਹੋਇਆਂ, ਨਾ ਚਕਾਰਦਿਆਂ ਹੋਇਆਂ ਸਾਨੂੰ ਆਪਣੀ ਨਿੱਘੀ ਗੋਦ ਦੇ ਵਿੱਚ ਜਗ੍ਹਾ ਬਖਸ਼ ਦਿੱਤੀ। ਤੇ ਐਸੇ ਦਿਆਲੂ ਕਿਰਪਾਲੂ ਬਖਸ਼ੰਦ ਹਰੀ ਦਾ ਸ਼ੁਕਰਾਨਾ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਦਿਨ ਰਾਤ ਕਰਕੇ ਤੇ 3.5 ਕਰੋੜ ਐਸੀ ਅਵਸਥਾ ਤੇ ਇੱਕ ਇੱਕ ਰੋਮ ਚੋਂ ਜੇ ਕੇਵਲ ਸ਼ੁਕਰਾਨਾ ਕਰੀਏ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ, ਫਿਰ ਇਹ ਚੰਮ ਦੀ ਜਵਾਨ, ਇਹ 5 ਤੱਤਾਂ ਦਾ ਸਰੀਰ ਵਿਸ਼ਿਆਂ ਵਕਾਰਾਂ ਦੇ ਵਿੱਚ ਘਿਰਿਆ ਹੋਇਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਸ ਨੂੰ ਕਿਡਨੈਪ ਕੀਤਾ ਹੋਇਆ, ਬੁੱਧੀ ਇਸ ਤੇ ਪੜਦਾ ਪਾਇਆ ਹੋਇਆ ਇਹਨਾਂ ਵਕਾਰਾਂ ਨੇ। ਪਰ ਐਸੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਫਿਰ ਵੀ ਸਤਸੰਗਤ ਦੀਆਂ ਬੇਕੀਮਤੀਆਂ ਘੜੀਆਂ ਸਾਡੀ ਝੋਲੀ 'ਚ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਪਾ ਦਿੰਦੇ ਹੈ। ਕਿਉਂਕਿ ਸਤਿਗੁਰਾਂ ਦਾ ਬਿਰਧ ਹੈ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ। ਇਹ ਗਿਣਤੀ ਦੇ ਲੱਖ ਪਾਪ ਨਹੀਂ, ਬਹੁ ਵਚਨ ਹੈ। ਬੇਅਣਗਿਣਤ ਪਾਪ ਇਸ ਜੀਵ ਦੇ, ਜਿਸ ਨੂੰ ਅਣਦੇਖਿਆਂ ਕਰਕੇ, ਅਣਗੋਲਿਆਂ ਕਰਕੇ
ਜੈਸਾ ਬਾਲਕ ਭਾਏ ਸੋ ਭਾਈ ਲੱਖ ਅਪਰਾਧ ਕਮਾਵੇ। ਤੇ ਮਹਾਰਾਜ ਜੀ ਕਹਿੰਦੇ ਵੀ ਉਪਦੇਸ਼ ਤੋਂ ਬਗੈਰ ਇਹਨੂੰ ਸਮਝ ਨਹੀਂ ਆਉਣੀ ਕਿ ਮੈਂ ਕਿਸੇ ਦੇ ਹੱਥ ਚੜ ਚੁੱਕਾ, ਮੈਨੂੰ ਕਿਸੇ ਨੇ ਕਿਡਨੈਪ ਤੇ ਅਗਵਾ ਕਰ ਲਿਆ, ਮੇਰੇ ਨਾਲ ਬਹੁਤ ਜਨਮਾਂ ਤੋਂ ਧੋਖਾ ਹੋ ਰਿਹਾ, ਮੇਰਾ ਜੋ ਅਸਲ ਸਰੂਪ ਹੈ, ਮੇਰੀ ਜੋ ਅਸਲ ਪਹਿਚਾਣ ਹੈ, ਜੋ ਮੈਂ ਹਾਂ, ਤੇ ਜਨਮਾਂ ਜਨਮਾਂਤਰਾਂ ਦੇ ਇਸ ਮੈਲ ਤੇ ਔਗਣਾ ਕਰਕੇ ਮੈਂ ਆਪਣਾ ਸਰੂਪ ਹੀ ਭੁੱਲ ਗਿਆ। ਬਿਲਕੁਲ ਸਪਸ਼ਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਨੂੰ ਖੋਲ੍ਹਿਆ ਵੀ ਜਿਸ ਤਰ੍ਹਾਂ ਬਿਲਕੁਲ ਮਿਸਤਰੀ ਤੇ ਮਕੈਨਿਕ ਦੇ ਹੱਥ ਦੇ ਵਿੱਚ ਕੱਪੜਾ ਹੈ, ਜਿਹੜੇ ਵੀ ਮਰਜ਼ੀ ਰੰਗ ਦਾ ਬਸ ਮਿਸਤਰੀ ਦੇ ਹੱਥ ਲੱਗ ਜਾਏ, ਉਹ ਬਸ ਕੁਝ ਦਿਨਾਂ ਦੇ ਵਿੱਚ ਹੀ ਆਪਣਾ ਅਸਲ ਰੰਗ, ਆਪਣਾ ਸਰੂਪ, ਆਪਣੀ ਪਹਿਚਾਣ ਗਵਾ ਲੈਂਦਾ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਹੈ। ਕਿਉਂਕਿ ਅਸੀਂ ਨਾਲੇ ਖਲਾਰਾ ਪਾ ਲੈਂਦੇ ਹਾਂ, ਗੱਲ ਸੁਣਦੇ ਹਾਂ ਤੇ ਫਿਰ ਤੱਕੜੀ 'ਚ ਪਾ ਕੇ ਉਸੇ ਵੇਲੇ ਤੋਲਣ ਲੱਗ ਪੈਂਦੇ ਹਾਂ ਤੇ ਫਿਰ ਗੱਲ ਸਮਝ 'ਚ ਨਹੀਂ ਆਉਂਦੀ। ਤੇ ਜੇ ਬਿਲਕੁਲ ਸੁਣਨ ਵੱਲ ਧਿਆਨ ਦਈਏ, ਕਿਸੇ ਵੀ ਗੱਲ ਦਾ ਕੋਈ ਵੀ ਸ਼ਿਕਵਾ ਹੋਵੇ, ਕੋਈ ਵੀ ਸੰਕਲਪ, ਵੈਸੇ ਤਾਂ ਅਰਦਾਸ ਬੇਨਤੀ ਕਰੋ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਸ ਤਰ੍ਹਾਂ ਹੀ ਕਿਰਪਾ ਕਰ ਦਿੰਦੇ ਆ। ਨਹੀਂ ਤਾਂ ਜੋ ਬਾਣੀ ਪੜ੍ਹਦਾ ਤੇ ਉਹਦੇ ਮੂਹਰੇ ਨਿਮਰਤਾ ਸਹਿਤ ਹੱਥ ਜੋੜ ਦਿਓ ਕਿ ਮੈਨੂੰ ਭੁਲੇਖਾ, ਮੈਂ ਆਹ ਗੱਲ ਸੁਣੀ ਵੀ ਗੁਰਬਾਣੀ ਦੇ ਵਿੱਚ ਐਸੀ ਬਾਤ ਹੈ ਕਿ ਜੀਵ ਜਨਮਾਂ ਜਨਮਾਂਤਰਾਂ ਤੋਂ ਆਪਣਾ ਸਰੂਪ ਭੁੱਲਿਆ ਹੋਇਆ, ਇਹ ਆਪਣੇ ਆਪ ਨੂੰ ਭੁੱਲਿਆ ਹੋਇਆ, ਇਹ ਕਾਮ ਕ੍ਰੋਧ ਲੋਭ ਮੋਹ ਵਿਸ਼ੇ ਵਿਕਾਰਾਂ ਦੇ ਵਿੱਚ ਖੱਚਤ ਹੋਇਆ, ਫਿਰ ਉਹ ਕਹੂਗਾ ਵੀ ਇੱਕ ਬਚਨ ਨਹੀਂ, ਸੈਂਕੜੇ ਬਚਨ ਹੈ, ਭੁਲੇਖਾ ਨਿਕਲ ਗਿਆ। ਦੂਜੀ ਮੈਂ ਬੇਨਤੀ ਕਰਾਂ ਵੀ ਆਪ ਸੰਗਤਾਂ ਦਾ ਸ਼ਾਇਦ ਖਿਆਲ ਹੋ ਸਕਦਾ ਵੀ ਕੁਝ ਸਿੱਖਿਆ ਮਿਲ ਜਾਏ, ਕੁਝ ਜਾਣ ਲਈਏ, ਕੁਝ ਗਿਆਨ ਪ੍ਰਾਪਤ ਹੋ ਜਾਵੇ, ਇਹ ਤੁਹਾਡਾ ਖਿਆਲ ਹੋਵੇਗਾ। ਮੇਰੇ ਵਰਗਿਆਂ ਦਾ ਤਾਂ ਇਹ ਖਿਆਲ ਹੁੰਦਾ ਵੀ ਅਰਦਾਸ ਬੇਨਤੀ ਕਰਕੇ ਸਟੇਜ ਤੇ ਬੈਠਦਾ ਵੀ ਸੰਗਤ ਕਾਮ ਧੇਨ ਗਊ ਹੈ, ਸੰਗਤ ਦੇ ਵਿੱਚ ਬੜੇ ਅਭਿਆਸੀ ਤੇ ਸਾਧਕ ਕਿਰਪਾ ਵਾਲੀਆਂ ਵੀ ਰੂਹਾਂ, ਇਸ ਰੱਬ ਰੂਪੀ ਸੰਗਤ ਤੋਂ ਕੁਝ ਮੈਨੂੰ ਸਿੱਖਿਆ ਮਿਲ ਜਾਏ, ਜੋ ਮੇਰੇ ਤੇ ਊਣਤਾਈ ਹੈ, ਇਹ ਮੇਰੇ ਤੇ ਸੰਗਤ ਰੂਪ ਗੁਰੂ ਦੀ ਬਖਸ਼ਿਸ਼ ਹੋ ਜਾਵੇ। ਆਪਣਾ ਖਿਆਲ ਹੈ, ਕਿਉਂ ਇਸ ਸੰਸਾਰ ਦੇ ਵਿੱਚ ਹਰ ਜੀਵ ਸੀਮਤ ਸਮਾਂ ਲੈ ਕਰਕੇ ਆਇਆ। ਸੀਮਤ ਦਾ ਮਤਲਬ ਵੀ ਮਾਪਿਆ ਤੇ ਗਿਣਤੀ ਮਿਣਤੀ ਦੇ ਸਵਾਸ ਸਾਨੂੰ ਮਿਲੇ ਆ। ਕਿਸੇ ਨੂੰ ਖੁੱਲੇ ਸਵਾਸ ਨਹੀਂ ਦੇ ਕੇ ਰੱਬ ਨੇ ਭੇਜਿਆ, ਭਾਵੇਂ ਕੋਈ ਕਿਸੇ ਵੀ ਯੁੱਗ ਦਾ ਅਵਤਾਰ ਹੋਵੇ, ਪੀਰ ਪੈਗੰਬਰ ਔਲੀਆ ਹੋਵੇ, ਉਹਨੂੰ ਵੀ ਉਨਾ ਚਿਰ ਹੀ ਸਰੀਰ ਕਰਕੇ ਰਹਿਣਾ ਪੈਣਾ ਤੇ ਜਿੰਨੇ ਸਵਾਸ ਪਰਮਾਤਮਾ ਨੇ ਦਿੱਤੇ ਆ, ਇੱਕ ਵੀ ਸਵਾਸ ਵੱਧ ਘੱਟ ਨਹੀਂ ਸਕਦਾ। ਪਰ ਇਹ ਸਾਰੀ ਪੜ੍ਹਾਈ ਅੰਤਰਮੁਖ ਦੀ ਹੈ। ਜਿੰਨੀ ਵੀ ਪੜ੍ਹਾਈ ਹੈ ਨਾ, ਇਹ ਅੰਤਰਮੁਖ ਦੀ ਆ, ਬਾਹਰ ਮੁਖ ਦੀ ਨਹੀਂ। ਤੇ ਮੈਂ ਇਸ ਕਰਕੇ ਹੱਥ ਜੋੜਦਾ ਵੀ ਬਹੁਤ ਗਿਣਤੀ ਦੇ ਵਿੱਚ ਸੰਸਾਰ ਦੇ ਵਿੱਚ ਉਲਝੇ ਹੋਏ ਤੇ ਨੈੱਟ ਤੋਂ ਤੇ ਕਿਤਾਬਾਂ ਤੋਂ ਗਿਆਨ ਪ੍ਰਾਪਤ ਕਰਕੇ ਬਹੁਤ ਕਥਾ ਕੀਰਤਨ ਵਿਚਾਰ ਸਾਡੇ ਕੰਨਾਂ 'ਚ ਪੈ ਜਾਂਦੀਆਂ। ਤੇ ਜੇ ਕੋਈ ਅੰਤਰਮੁਖ ਬਿਰਤੀ ਤੇ ਆਪਣੇ ਅੰਦਰ ਉਤਰਨਾ ਚਾਹੁੰਦਾ, ਜੇ ਕਿਸੇ ਨੂੰ ਆਪਣੇ ਮਨੁੱਖ ਜਨਮ ਦੇ ਪ੍ਰਯੋਜਨ ਦਾ ਪਤਾ ਲੱਗ ਗਿਆ, ਸੁਭਾਅ ਦਾ ਪਤਾ ਲੱਗ ਗਿਆ, ਸਰੀਰ ਦੇ ਕਾਰਨ ਦਾ ਪਤਾ ਲੱਗ ਗਿਆ ਵੀ ਤੂੰ ਆਇਆ ਕੀ ਕਰਨ ਵਾਸਤੇ ਆ,
ਜੇ ਤੈਨੂੰ ਮੰਨ ਲਈਏ ਵੀ ਜੋ ਤੂੰ ਜੀਵਨ ਨੂੰ ਮੰਨ ਲਿਆ, ਫਿਰ ਤਾਂ ਸਾਰੀਆਂ 84 ਲੱਖ ਜੂਨਾਂ 'ਚ ਇਹ ਕੁਝ ਹੁੰਦਾ ਹੀ ਹੈ। ਹਰ ਜੂਨ ਦੀ ਮਾਂ ਆਪਣੇ ਬੱਚੇ ਦੇ ਨਾਲ ਪੂਰਾ ਪਿਆਰ ਕਰਦੀ ਹੈ, ਠੰਡ ਗਰਮੀ ਤੋਂ ਬਚਾਉਂਦੀ ਹੈ। ਜਿੰਨਾ ਚਿਰ ਬੱਚਾ ਆਪਣੇ ਆਪ ਖਾਣ ਪੀਣ ਤੁਰਨ ਜੋਗਾ ਨਹੀਂ ਹੁੰਦਾ, ਤੇ ਜਾਨਵਰ ਦੀ ਜਿਹੜੀ ਮਾਂ ਹੈ ਉਹ ਵੀ ਆਪਣੀ ਬਾਖੂਬੀ ਡਿਊਟੀ ਨਿਭਾਉਂਦੀ ਹੈ। ਕੋਈ ਅੰਤਰ ਨਹੀਂ। ਇਹ ਗੱਲ ਵੱਖਰੀ ਹੈ ਵੀ ਅਸੀਂ ਖਿਆਲੇ ਨਾ ਕਰੀਏ ਆਪਣੇ ਜੀਵਨ ਦੀ ਤੇ ਬਾਕੀ ਜੂਨਾਂ ਦੇ ਜੀਵਨ ਦੀ, ਕੰਪੇਅਰ ਨਾ ਕਰੀਏ, ਤੋਲੀਏ ਨਾ ਵੀ ਸਾਡੇ ਵਿੱਚ ਤੇ ਇਹਨਾਂ ਦੇ ਵਿੱਚ ਅੰਤਰ ਕੀ ਹੈ। ਅੰਤਰ ਇੱਕੋ ਹੀ ਹੈ ਵੀ ਜੋ ਆਪ ਸੰਗਤਾਂ ਯਾਤਰਾ ਕਰ ਸਕਦੀਆਂ, ਹੋਰ ਜੂਨ ਨਹੀਂ ਕਰ ਸਕਦੀ। ਜੋ ਆਪ ਸੰਗਤਾਂ ਸਤਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦੀ ਸਿਫਤ ਸਲਾਹ ਕਰ ਸੁਣ ਸਕਦੀਆਂ, 84 ਲੱਖ ਜੂਨਾਂ ਚੋਂ ਕਿਸੇ ਜੂਨ ਨੂੰ ਇਹ ਅਧਿਕਾਰ ਨਹੀਂ ਮਿਲਿਆ। ਕੋਈ ਸਤਸੰਗਤ ਨਹੀਂ ਕਰ ਸਕਦਾ ਤੇ ਕੋਈ ਨਾਮ ਨਹੀਂ ਜਪ ਸਕਦਾ। ਮੈਨੂੰ ਖਿਮਾ ਕਰਨਾ ਵੀ ਸੰਸਾਰ ਦੇ ਵਿੱਚ ਇਸ ਜੀਵ ਨੂੰ ਮਨੁੱਖ ਜਾਮਾ ਮਿਲਿਆ, ਜਿੱਦਾਂ ਜਿੱਦਾਂ ਹੋਸ਼ ਆਈ ਉਦਾਂ ਉਦਾਂ ਖਲਾਰਾ ਪੈ ਗਿਆ, ਖਿਲਰ ਗਿਆ। ਜਿੱਦਾਂ ਜਿੱਦਾਂ ਪਤਾ ਲੱਗਾ, ਸਿੱਧ ਗੋਸ਼ਟ ਨਾਮ ਬਾਣੀ ਦੀ ਹਫ਼ਤੇ 5 ਦਿਨ ਇਹ ਲੜੀਵਾਰ ਕਥਾ ਚੱਲੀ, ਤੇ ਉਹਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਨੇ ਸਿੱਧਾਂ ਨੂੰ ਆਖਿਆ ਵੀ ਹਉ ਮੈਂ ਮਮਤਾ ਦੂਰ ਕਰੀ। ਮਮਤਾ ਦਾ ਮਤਲਬ ਉਹ ਮੋਹ ਜੋ ਪਕੜ ਬਣ ਗਿਆ ਤੇਰਾ, ਤੇ ਜਿਹਦੇ ਕਰਕੇ ਤੂੰ ਪਰਮਾਤਮਾ ਤੋਂ ਬੇਮੁਖ ਹੋਇਆ, ਪਰਮੇਸ਼ਰ ਬਾਰੇ ਤੈਨੂੰ ਕੋਈ ਗਿਆਨ ਨਹੀਂ, ਬੋਧ ਨਹੀਂ, ਉਹ ਤੇਰੀ ਮੈਂ ਹੈ। ਤੇਰੀ ਮੈਂ ਗਿਆਨੀ ਕਰਕੇ ਹੋਵੇ ਵੀ ਮੈਂ ਗਿਆਨੀ ਆ, ਮੈਂ ਧਿਆਨੀ ਆ, ਮੈਂ ਭਗਤ ਆ, ਮੈਂ ਸਾਧ ਆ, ਮੈਂ ਬ੍ਰਹਮ ਗਿਆਨੀ ਆ, ਮੈਂ ਮੂਰਖ ਆ, ਮੈਂ ਸਿਆਣਾ ਆ, ਉਹ ਤੂੰ ਦੇਖਣਾ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕੀਤੀ ਵੀ ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ। ਸਿਆਣਾ ਵੀ ਹਉਮੈ ਦੇ ਰੋਗ 'ਚ ਗ੍ਰਸਿਆ ਹੋਇਆ, ਤੇ ਜਿਹੜਾ ਮੂਰਖ ਹੈ ਕਹਿੰਦਾ ਹਾਂ ਮੈਂ ਮੂਰਖ, ਮੈਂ ਕਾਤਲ ਹਾਂ, ਕੀ ਕਰੂੰਗਾ, ਫਾਂਸੀ ਤੇ ਚੜਾ ਦੂੰਗਾ, ਇਹ ਤੋਂ ਵੱਧ ਕੇ ਤਾਂ ਨਹੀਂ ਨਾ। ਉਹ ਵੀ ਛਾਤੀ ਤਾਣ ਰਿਹਾ ਕਿ ਮੈਂ ਕਾਤਲ ਹਾਂ। ਕੌਣ ਬੋਲ ਰਿਹਾ? ਹੰਕਾਰ। ਤੇ ਜਿਹੜੇ ਸਾਡੇ ਵਰਗੇ ਆ ਉਹ ਕਹਿੰਦੇ ਸਾਡੇ ਵਰਗਾ ਗਿਆਨ, ਸਾਡੇ ਵਰਗੀ ਕਥਾ, ਸਾਡੇ ਵਰਗੀ ਵਿਦਵਤਾ, ਸਾਡੇ ਵਰਗਾ ਜੀਵਨ, ਕੋਈ ਅੰਤਰ ਨਹੀਂ। ਇਹ ਆਸਾ ਜੀ ਦੀ ਵਾਰ ਦੇ ਬਚਨ ਹੈ। ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ। ਹੁਣ ਸਾਡੇ ਵਰਗੇ ਕਹਿਣਗੇ ਮਹਾਰਾਜ ਅਸੀਂ ਤਾਂ ਤੁਹਾਨੂੰ ਬੜੇ ਨਿਮਰਤਾ ਵਾਲੇ ਰੱਬ ਮੰਨਿਆ, ਤੁਸੀਂ ਤਾਂ ਕਿਸੇ ਦਾ ਦਿਲ ਦਿਖਾਉਂਦੇ ਹੀ ਨਹੀਂ, ਕੋਈ ਕੌੜਾ ਐਸਾ ਵਚਨ ਨਹੀਂ ਬੋਲਦੇ, ਤੇ ਤੁਸੀਂ ਸਾਰੇ ਸੰਸਾਰ ਨੂੰ ਲਪੇਟ ਦਿੱਤਾ। ਸਾਰੇ ਸੰਸਾਰ ਨੂੰ ਬਿਨ ਨਾਵੈ ਜਗ ਕਮਲਾ ਫਿਰੇ, ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਡੂਬਾ ਸੰਸਾਰਾ। ਸਾਰਾ ਸੰਸਾਰ ਇੱਕ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ। ਮਹਾਰਾਜ ਜੀ ਕਿਉਂ ਕਹਿੰਦੇ? ਮੋਖ ਮੁਕਤ ਕੀ ਸਾਰ ਨਾ ਜਾਣਾ। ਮੋਖ ਦਾ ਅਰਥ ਹੈ ਮੁਕਤੀ, ਬੰਧਨ ਤੋਂ ਰਹਿਤ, ਸੁਤੰਤਰਤਾ, ਪੂਰਨ ਆਜ਼ਾਦੀ। ਕਹਿੰਦੇ ਇਸ ਨੂੰ ਪਤਾ ਨਹੀਂ ਵੀ ਮੁਕਤੀ ਕੀ ਹੈ। ਇਹ 84 ਲੱਖ ਜੂਨਾਂ ਤੋਂ ਮੁਕਤ ਹੋਣ ਵਾਸਤੇ ਮਨੁੱਖ ਜਾਮਾ ਮਿਲਿਆ, ਤੇ ਜਿਹਦੇ ਕਰਕੇ ਮੈਂ 84 ਲੱਖ ਜੂਨਾਂ 'ਚ ਦੁੱਖ ਸਹੇ, ਉਹੀ ਕੰਮ ਮੈਂ ਦੁਬਾਰਾ ਕਰ ਰਿਹਾ। ਛੁੱਟਣ ਦਾ ਨਹੀਂ ਕੁਛ ਵੀ ਕਰ ਰਹੇ, ਛੁਟਕਾਰੇ ਵਾਸਤੇ ਕੋਈ ਬੇਨਤੀ ਨਹੀਂ, ਫਸਣ ਵਾਸਤੇ ਜੋ ਕੁਝ ਵੀ ਹੋਸ਼ ਆਉਣ ਤੋਂ ਮਿਲਦਾ ਗਿਆ, ਤੇ ਅਸੀਂ ਉਹਦੇ ਨਾਲ ਚਿੰਪੜਦੇ ਰਹੇ, ਅਟੈਚਮੈਂਟ ਹੁੰਦੇ ਰਹੇ, ਤੇ ਆਪਣੇ ਸਰੀਰ ਨੂੰ ਤਾਂ ਆਪਣਾ ਮੰਨਿਆ ਹੀ ਸੀ। ਜੋ ਕੁਝ ਵੀ ਜੀਵਨ 'ਚ ਮਿਲਿਆ ਉਹ ਸਾਰਾ ਇਕੱਠਾ ਕਰ ਲਿਆ ਆਪਣੇ ਦਿਮਾਗ ਦੀ ਖੋਪੜੀ 'ਚ ਵੀ ਮੇਰਾ ਹੈ।
ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਕਿਉਂਕਿ ਮੋਖ ਮੁਕਤ ਕੀ ਸਾਰ ਨਾ ਜਾਣਾ। ਨਾ ਗਿਆਨੀ ਨੇ ਮੁਕਤੀ ਦਾ ਰਸਤਾ ਚੁਣਿਆ ਸਿਆਣੇ ਨੇ, ਤੇ ਨਾ ਮੂਰਖ ਨੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਮਲਾਪ ਦਾ ਰਸਤਾ ਚੁਣਿਆ। ਕਿਉਂਕਿ ਜੋ ਜੋ ਜੂਨੀ ਆਇਓ ਤਹਿ ਤਹਿ ਉਰਝਾਇਓ, ਮਾਨਸ ਜਨਮ ਸੰਜੋਗ ਪਾਇਆ। ਇਹ ਸੰਜੋਗਾਂ ਦੇ ਨਾਲ ਮਨੁੱਖ ਦੇਹੀ ਮਿਲੀ, ਤੇ ਤੋਂ ਬਗੈਰ ਮਨੁੱਖ ਜਾਮੇ ਤੋਂ ਬਗੈਰ ਜਿਸ ਵੀ ਜੂਨ ਚ ਤੂੰ ਰਿਹਾ ਤੇ ਤੂੰ ਉਲਝਿਆ ਰਿਹਾ, ਤੈਨੂੰ ਪਤਾ ਨਹੀਂ ਲੱਗਾ ਵੀ ਜੀਵਨ ਕਾਹਦੇ ਵਾਸਤੇ ਮਿਲਿਆ। ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮੈਂ ਜਪੈ ਕੋ ਨਾ। ਧਿਆਨ ਦੇਣਾ ਜੋ ਮੈਂ ਬੇਨਤੀ ਕਰ ਰਿਹਾ ਸੀ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਕਾਲ ਕੇ ਲੱਗਦੀ ਰਹੀ, ਕਾਲਾ ਹੁਆ ਸਿਆਹੋ, ਖਨਲੀ ਧੋਤੇ ਉਜਲੇ ਨਾ ਹੋਵੇ, ਜੇ ਸੋ ਧੋਵਨ ਪਾਓ। ਇੱਥੇ ਵੀ ਬਹੁਤ ਵਚਨ ਹੈ, ਇੱਕ ਵਚਨ ਨਹੀਂ ਵੀ ਹੁਣ ਤੇਲ ਦੇ ਨਾਲ ਮਿਸਤਰੀ ਦੇ ਹੱਥ ਦੀ ਉਹ ਜਿਹੜੀ ਲੀਰ ਹੈ, ਗਿਣ ਕੇ ਸੋਡੇ ਸਾਬਣ ਸਰਫ ਦੇ ਨਾਲ ਬਾਰ-ਬਾਰ ਮਸ਼ੀਨ 'ਚ ਗਿਣ ਕੇ 100 ਵਾਰੀ ਧੋ ਲਈਏ, ਕਾਲਖ ਲਿੱਥ ਜਾਊਗੀ? ਨਹੀਂ ਲਿੱਥਣੀ। ਇਹ ਸਰਬ ਬਹੁ ਵਚਨ ਹੈ ਵੀ ਉਹ ਸ਼ੁੱਧ ਹੋਏ ਨਹੀਂ ਸਕਦੀ, ਮਹਾਰਾਜ ਨਹੀਂ ਹੋ ਸਕਦੀ। ਕਹਿੰਦੇ ਇੱਕੋ ਹੀ ਹੈ ਕਿ ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਬਿਲਕੁਲ ਸਪਸ਼ਟ ਜਪਜੀ ਸਾਹਿਬ। ਕਿਉਂਕਿ ਅਸੀਂ ਮੱਤ ਨੂੰ ਧੋਣ ਵਾਸਤੇ ਗੁਰੂ ਜਪਜੀ ਸਾਹਿਬ ਪੜ੍ਹਦੇ ਨੇ। ਮਨ ਦੀ ਮੈਲ ਉਤਾਰਨ ਵਾਸਤੇ ਅਸੀਂ ਧਾਰਮਿਕ ਸਥਾਨਾਂ ਤੇ ਨਹੀਂ ਆਉਂਦੇ ਖਿਮਾ ਕਰਨਾ। ਮਨ ਦੀ ਮੈਲ ਉਤਾਰਨ ਵਾਸਤੇ ਧਾਰਮਿਕ ਗ੍ਰੰਥ ਨਹੀਂ ਪੜ੍ਹੇ ਜਾਂਦੇ, ਸੇਵਾ ਤੇ ਤੀਰਥਾਂ ਤੇ ਨਹੀਂ ਜਾਇਆ ਜਾਂਦਾ। ਜੇ ਅਸੀਂ ਇਸ ਵਾਸਤੇ ਇਹ ਕਰਮ ਕਰਦੇ ਤੇ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਸਾਡੇ ਪ੍ਰਤੀ ਨਹੀਂ ਕਹਿਣੇ ਸੀ ਕਿ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਤੇ, ਪੰਜ ਜਨਾ ਸਿਉ ਸੰਗ ਨਾ ਛੁੱਟ ਕਿਓ, ਅਤਕ ਅਹੰ ਬੁੱਧ ਬਾਤੇ, ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਲੇ ਕਚੈਲੇ ਦੁਰਾਚਾਰੀ। ਹੰਕਾਰੀ ਨੂੰ ਰੱਬ ਕਹਿੰਦਾ ਪਿਆਰੇ। ਕਿਹਨੂੰ ਕਿਹਾ ਪਿਆਰੇ? ਜਿਹੜੀ ਅੰਦਰ ਪਰਮਾਤਮਾ ਦੀ ਜੋਤ ਬਿਰਾਜਮਾਨ ਹੈ, ਜੋ ਅੰਦਰ ਅੰਸ਼ ਹੈ। ਸਰੀਰ ਵਾਲੇ ਨੂੰ ਦੇਦੇ ਨਹੀਂ ਖੁਦ, ਤੇ ਪਰਮਾਤਮਾ ਨੂੰ ਤਾਂ ਪਤਾ ਨਾ ਵੀ ਸਭ ਮੈਂ ਜੋਤ ਵੇ, ਹਰ ਇੱਕ ਦੇ ਅੰਦਰ ਮੈਂ ਬਿਰਾਜਮਾਨ ਹੈ। ਵੀ ਮੈਲ ਕਰਕੇ ਪਾਪ ਕਰਕੇ ਜਨਮਾਂ ਜਨਮਾਂਤਰਾਂ ਤੋਂ ਵਿਛੜਿਆ ਹੋਇਆ ਕਰਕੇ ਇਹਨੂੰ ਆਪਣੀ ਹੋਂਦ ਦਾ ਨਹੀਂ ਪਤਾ। ਜਿੱਥੋਂ ਮੈਂ ਵਿਚਾਰ ਆਰੰਭ ਕੀਤੇ, ਜੇ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਸਪਸ਼ਟ ਹੋਵੇਗਾ ਵੀ ਕਿੱਦਾਂ ਮੈਲ ਧੋਤੀ ਜਾਂਦੀ ਹੈ, ਕਿੱਦਾਂ ਜੀਵਨ ਸਫਲ ਹੁੰਦਾ, ਕਿੱਦਾਂ ਬਿਰਤੀ ਜੁੜਦੀ ਹੈ, ਪ੍ਰਭੂ ਦਾ ਮਿਲਾਪ ਕਿਵੇਂ ਹੁੰਦਾ, ਤੇ ਜਿਹੜੇ ਪਵਿੱਤਰ ਹੋ ਗਏ ਜੀਵਨ ਜਿਨ੍ਹਾਂ ਨੇ ਸਫਲ ਕਰ ਲਿਆ, ਉਹਨਾਂ ਦੇ ਨਾਂ ਤੇ ਲੱਖਾਂ ਜੀਵਾਂ ਦਾ ਕਿਵੇਂ ਭਲਾ ਹੁੰਦਾ। ਭਾਵੇਂ ਉਹ ਸਰੀਰ ਕਰਕੇ ਇਸ ਦੁਨੀਆ ਤੇ ਨਹੀਂ ਹੈ, ਪਰ ਉਹਨਾਂ ਦੇ ਨਾਮ ਲੈਣ ਕਰਕੇ ਹੀ ਤੇ ਕਰੋੜਾਂ ਜੀਵਾਂ ਦਾ ਗੁਰਮੁਖੀ ਪਿਆਰਿਓ ਪਾਰ ਉਤਾਰਾ ਹੋ ਜਾਂਦਾ। ਇਹ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਧਿਆਨ ਨਾਲ ਸੁਣ ਲਿਓ। ਮੇਰਾ ਮਨ ਸਾਧ ਜਨਾ ਮਿਲ ਹਰਿਆ। ਮੇਰਾ ਮਨ ਜਿਹੜਾ ਮੈਲਾ ਸੀ, ਸਾਧ ਜਨਾ ਜਿਨ੍ਹਾਂ ਨੇ ਮਨ ਨੂੰ ਪਵਿੱਤਰ ਕਰ ਲਿਆ, ਮਨ ਨੂੰ ਸਾਧ ਲਿਆ,
ਤੇ ਉਹਨਾਂ ਦੀ ਸੰਗਤ ਕਰਨ ਦੇ ਨਾਲ ਮੇਰੇ ਮਨ ਦੀ ਮੈਲ ਉਤਰ ਗਈ, ਲੱਥ ਗਈ। ਜਦੋਂ ਮੈਲ ਉਤਰ ਗਈ, ਪਰਦਾ ਚੱਕਿਆ ਗਿਆ, ਤੇ ਫਿਰ ਕੀ ਹੈ? ਪਰਮਾਤਮਾ ਹੀ ਹੈ। ਇੱਕ ਬਾਰੀਕ ਪਰਦਾ ਕਰਕੇ ਸਭ ਤੋਂ ਨਜ਼ਦੀਕ ਪਰਮਾਤਮਾ ਦੇ ਦਰਸ਼ਨ ਦਿਦਾਰੇ ਨਹੀਂ ਹੋ ਰਹੇ। ਜਿਨ੍ਹਾਂ ਨੇ ਪੜਦੇ ਸਿਮਰਨ ਅਭਿਆਸ ਕਮਾਈ, ਅਰਦਾਸਾਂ ਕਰਕੇ ਪੜਦਾ ਚੱਕ ਹੋ ਗਿਆ ਕਿ ਸੋ ਪ੍ਰਭ ਦੂਰ ਜਾਣੈ ਪ੍ਰਭ ਤੂੰ ਹੈ। ਕਹਿੰਦੇ ਜਿਹਨੂੰ ਤੂੰ ਦੂਰ ਸਮਝਿਆ ਤੂੰ ਹੀ ਹੈ, ਉਹ ਤੇਤੋਂ ਵੱਖ ਨਹੀਂ ਹੈ। ਤੂੰ ਗੱਲ ਹਿਰਦੇ ਦੀ ਕਰਦਾ, ਉਹ ਤੇਰੇ ਰੋਮ ਰੋਮ ਚ ਬਿਰਾਜਮਾਨ ਹੈ। ਤੂੰ ਇੱਕ ਜਗ੍ਹਾ ਦੀ ਗੱਲ ਕਰਦਾ, ਉਹ ਕਣ ਕਣ ਦੇ ਵਿੱਚ ਬਿਰਾਜਮਾਨ ਹੈ। ਸੋ ਪ੍ਰਭ ਦੂਰ ਜਾਣੈ ਪ੍ਰਭ ਤੂੰ ਹੈ, ਦੂਸਰਾ ਨਹੀਂ। ਧਿਆਨ ਦਿਓ, ਮੇਰਾ ਮਨ ਸਾਧ ਜਨਾ ਮਿਲ ਹਰਿਆ, ਹੋਂ ਬਲ 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 ਸਾਧ ਜਨਾ ਕੋ। ਰੱਬ ਕਹਿ ਰਿਹਾ ਕਿਹਨਾਂ ਨੂੰ? ਜਿਨ੍ਹਾਂ ਨੇ ਭਜਨ ਬੰਦਗੀ ਸਿਮਰਨ ਸਾਧਨਾ ਸਤ ਸੰਗਤ ਕਰਕੇ ਇਹ ਮੈਲ ਲਾਤੀ, ਜਿਹੜੇ ਪਵਿੱਤਰ ਹੋ ਗਏ। ਜਿਨ੍ਹਾਂ ਦੇ ਮਤਲਕ ਪੜ੍ਹਦੇ ਆ ਪਵਿੱਤਰ ਪਵਿੱਤਰ ਪਵਿੱਤਰ, ਤਨ ਕਰਕੇ, ਮਨ ਕਰਕੇ, ਕਰਮ ਕਰਕੇ। ਬੜੇ ਐਸੇ ਗੁਰਮੁਖ ਆਉਂਦੇ, ਮੈਂ ਦੇਖ ਕੇ ਹੈਰਾਨ ਹੁੰਨਾ। ਪਰਮਾਤਮਾ ਸੰਸਾਰ ਰੂਪੀ ਖੁੱਲੇ ਬਾਜ਼ਾਰ ਦੇ ਵਿੱਚ ਪੂਰਾਂ ਦੇ ਪੂਰ ਜੀਵ ਆਉਂਦੇ ਐ, ਆਪਣੀ ਆਪਣੀ ਪਸੰਦ ਦਾ ਸੌਦਾ ਬਾਜ਼ਾਰਾਂ ਚੋਂ ਲੈ ਖਾ ਪੀ ਸੌ ਤੇ ਜਾਗ ਕੇ ਫੇਰ ਚਲੇ ਜਾਂਦੇ ਆ। ਪਰ ਲੰਮੀ ਕਤਾਰ ਦੇਖੀ ਜਿਹੜੇ ਕਰਾਹੇ ਪਏ ਐ, ਜਿਹੜਾ ਰਸਤਾ ਤੈਨੂੰ ਮਿਲਾਉਂਦਾ ਉਹ ਤਾਂ ਕਿਤੇ ਲੱਖਾਂ ਸੈਂਕੜਿਆਂ ਕੋਹ ਤੋਂ ਕੋਈ ਬਿਰਲਾ ਹੀ ਤੁਰਿਆ ਵਿਚਾਰਾ ਗੱਲਾਂ, ਨਾ ਕੋਈ ਅੱਗੇ ਨਾ ਕੋਈ ਪਿੱਛੇ, ਕੁਛ ਨਹੀਂ। ਮੈਂ ਦੁਬਾਰਾ ਬੇਨਤੀ ਕਰਦਾ, ਜਿਹੜਾ ਰਸਤਾ ਪਰਮਾਤਮਾ ਤੱਕ ਇਸ ਜੀਵ ਨੂੰ ਪਹੁੰਚਾਉਂਦਾ, ਸੁਰਤੀ ਕੈ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਪ੍ਰਤੱਖ ਦੁਨੀਆ ਦਾ ਰਸਤਾ ਦੇ ਨਾਲ ਮੈਂ ਪ੍ਰਮਾਣ ਦੇ ਰਿਹਾ। ਜਿਹੜਾ ਵੀ ਤੁਰਦਾ ਵਿੱਚ ਸਾਰੇ ਚੇਤਨ ਹੋ ਜਾਂਦੇ ਆ ਐਗਜ਼ੈਕਟ, ਤੇ ਉਸ ਰੋਡ ਤੋਂ ਕਿੰਨੇ ਰਸਤੇ ਨਿਕਲਦੇ ਆ। ਕੋਈ ਨਰਕ ਨੂੰ ਲੈ ਜਾਂਦਾ ਇਹਨੂੰ, ਕੋਈ ਸਵਰਗਾਂ ਨੂੰ ਲੈ ਜਾਂਦਾ, ਤੇ ਕੋਈ ਦੇਵਤਿਆਂ ਦੀ ਪੁਰੀ ਨੂੰ ਲੈ ਜਾਂਦਾ, ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵੱਡੇ ਵੱਡੇ ਬੋਰਡ ਲੱਗੇ ਹੋ ਆ, ਉਹ ਉੱਧਰ ਨੂੰ ਚਲੇ ਜਾਂਦਾ ਜਿੱਦਾਂ ਜਿੱਦਾਂ ਜਿਸ ਦਾ ਮਨ ਹੈ। ਮਤਲਬ ਜਦੋਂ ਸਾਰੇ ਰਸਤੇ ਲੰਘ ਜਾਂਦਾ, ਫਿਰ ਇਸ ਨੂੰ ਅਹਿਸਾਸ ਹੁੰਦਾ, ਉਹ ਫਿਰ ਕਹਿੰਦਾ ਮੈਂ ਨਾਹੀਂ ਕਿਛ ਹੋਂ ਨਾਹੀਂ ਕਿਛ ਆਹੇ ਨਾ ਮੋਰਾ, ਔਸਰ ਰੱਜਾ ਰਾਖ ਲਿਓ ਸਦਨਾ ਚੰਤੋਰਾ। ਕਹਿੰਦੇ ਮੈਂ ਨਹੀਂ ਬਚਿਆ, ਮੈਂ ਮੰਜ਼ਿਲ ਦਾ ਧਿਆਨ ਰੱਖਿਆ, ਬਸ ਮੈਂ ਸੱਜੇ ਖੱਬੇ ਦੇਖਿਆ ਨਹੀਂ। ਲੱਖ ਸੋਨਾ ਚਾਂਦੇ ਤਖਤ ਬਾਦਸ਼ਾਹ ਦੇ ਸਿਰਾਂ ਤੇ ਕਲਗੀਆਂ, ਸਾਰੀ ਜਨਤਾ ਤੇ ਸਾਰੇ ਜੀਵ ਉਹਨਾਂ ਨੂੰ ਨਮਸਕਾਰ ਡੰਡੌਤ ਬੰਦਨਾ ਕਰਨ। ਪਰਮਾਤਮਾ ਤੂੰ ਮੈਨੂੰ ਬਚਾ ਲਿਆ, ਮੈਂ ਕਦਮ ਅੱਗੇ ਪੱਟਦਾ ਗਿਆ। ਕਬੀਰ ਜੇ ਮਾਰਗ ਪੰਡਤ ਗਏ ਪਾਛੈ ਪਰੀ ਬਹੀਰ, ਇੱਕ ਅਵਗਟ ਘਾਟੀ ਰਾਮ ਕੀ ਤੇ ਚੜ ਰਹਿਓ ਕਬੀਰ। ਮੇਰਾ ਮਨ ਬੜਾ ਖੁਸ਼ ਹੁੰਦਾ ਜਦੋਂ ਆਪ ਸੰਗਤਾਂ ਦੇ ਵਿੱਚੋਂ ਕੋਈ ਗੁਰਮੁਖ ਪਿਆਰਾ ਇਹ ਗੱਲ ਕਹਿੰਦਾ ਵੀ ਸਾਨੂੰ ਨਹੀਂ ਸਮਝ ਆਉਂਦੀ ਕੀ ਬੋਲਦਾ। ਮੈਂ ਕਿਹਾ ਬਿਲਕੁਲ ਸਹੀ ਹੈ, ਇਹ ਚਰਤੀ ਮਾਤਰ ਵੀ ਝੂਠ ਨਹੀਂ। ਜਦ ਸਾਡਾ ਮਾਰਗ ਹੀ ਉਹ ਨਹੀਂ, ਅਸੀਂ ਉਸ ਰਸਤੇ ਨੂੰ ਰਸਤਾ ਨਹੀਂ ਸਮਝਿਆ, ਉਸ ਮੰਜ਼ਿਲ ਨੂੰ ਮੰਜ਼ਿਲੇ ਨਹੀਂ ਸਮਝਿਆ, ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਤੁਹਾਨੂੰ ਉਸ ਮਾਰਗ ਦੀ ਕਥਾ ਪਸੰਦ ਆ ਜਾਏ, ਉਸ ਪਰਮਾਤਮਾ ਦੇ ਨਾਲ ਮਿਲਾਪ ਦੀ ਗੱਲ ਸਮਝ ਚ ਆ ਜਾਵੇ। ਭਾਵੇਂ ਪਰਮਾਤਮਾ ਬੋਲ ਰਿਹਾ ਹੋਵੇ ਦਸਾਂ ਗੁਰੂ ਸਾਹਿਬਾਂ ਦੇ ਰੂਪ ਦੇ ਵਿੱਚ, ਵੇ ਅੱਲ੍ਹ ਆਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ। ਮੈਂ ਇਸ ਕਰਕੇ ਬਚ ਜਾਨਾ, ਜਿਹੜੀ ਉਹਦੀ ਤਰਕ ਹੈ ਨਾ ਉਹ ਡਾਇਰੈਕਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਮੇਰੇ ਤੇ ਨਹੀਂ। ਮੈਂ ਤਾਂ ਇੱਕ ਜਰੀਆ,
मैं कौन हुंदा मैं हर एक दी सैटिस्फाई कर सकां। मैं तो अपने भले वास्ते तुरिया, मैं तो अपनी यात्रा कर रहा। मेरे ते गुरु ग्रंथ साहिब महाराज जी किरपा करन कि मैं तुरिया रहा। बाकी तो जिसने तुरना ते ओनू फल मिलना। उत्थे तां जेहा बीजै सो लुणै कर्मा संदरा के। इत्थे तां कर्म ही आपो अपनी के नेड़े के दूर। इत्थे तां कर्म धरती शरीर कल युग विच जेहा को बीजै तेहा को पाए। इत्थे तां कर्तक कर्म कमावने दोष ना काहू जोग। इत्थे तां किरत कर्म के विछड़े कर किरपा मेलो राम। ते आप अपनी बुद्धि है, किसी दी बुद्धि नूं कोई बंद नहीं कर सकता, किसी दी आवाज नूं कोई बंद नहीं कर सकता। पर जो थोड़ी बुद्धि कह रही है उत्थों थोड़ी समझ का पता लग जाता भी कित्थे कित्थे असीं फसे हुए हैं। ते साहिब श्री गुरु ग्रंथ साहिब महाराज सतगुर सच्चे पातशाह जी दे पावन पवित्र बचन जिस संसार दे विच जीव आउंदा जन्मां जन्मांतरां दीआं खाहिशां लैके, क्षमा करनी मैं बेनती करां, जिन्ने जन्मां चों तुसीं आए हो हर जून दा सुभाअ तुहाडे नाल है। हर जून दा ध्यान दिओ। जिद्दां जिस कंट्री ते जिस स्पेस जिस जगह तो तुसीं लंघदे हो उस जगह की हवा ते ऑक्सीजन उत्थे साह तां असीं लैना ना। ਜਿਹੜਾ ਉੱਥੇ ਸਾਹ ਲੈਣਾ ਉੱਥੇ ਦਾ ਵਾਤਾਵਰਨ ਤੁਹਾਡੀ ਬੁੱਧੀ ਤੇ ਪ੍ਰਭਾਵ ਪਾ ਜਾਂਦਾ ਜਿੱਥੋਂ ਵੀ ਲੰਘਦੇ ਆ। ਇਸੇ ਤਰ੍ਹਾਂ ਜਿਸ ਜੂਨ ਚੋਂ ਅਸੀਂ ਆਏ ਆ ਹਰ ਜੂਨ ਦਾ ਸੁਭਾਅ ਸਾਡੇ ਪਾਸ ਹੈ। ਹਰ ਜੂਨ ਦਾ ਸੁਭਾਅ ਜਦੋਂ ਕਾਮ ਪਰਵਲ ਹੁੰਦਾ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਕਾਮ ਦੇ ਵਸ ਤਾਂ ਹਾਥੀ ਹੈ। ਜਦੋਂ ਮੋਹ ਪਰਵਲ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਤਾਂ ਸੂਰ ਦੀ ਬਿਰਤੀ ਹੈ। ਧਿਆਨ ਦੇਣਾ। ਜਦੋਂ ਮਕਾਨਾਂ ਕੋਠੀਆਂ ਮਹਿਲਾਂ ਦਾ ਸੁਪਨਾ ਉਹਦੇ ਵਾਸਤੇ ਦਿਨ ਰਾਤ ਇੱਕ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨਹੀਂ ਇਹ ਤਾਂ ਪ੍ਰੇਤ ਦੀ ਬਿਰਤੀ ਹੈ। ਇਹ ਪ੍ਰੇਤ ਦਾ ਸੁਭਾਅ ਹੈ, ਇਹ ਬੇਸ਼ਵਾ ਦਾ ਸੁਭਾਅ ਹੈ। ਕਹਿੰਦੇ ਫਿਰ ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ। ਜਿਹਦੇ ਅੰਦਰ ਕੇਵਲ ਚਿੰਤਾ ਹੈ ਅਕਾਲ ਪੁਰਖ ਪਰਮਾਤਮਾ ਦੇ ਮਿਲਾਪ ਦੀ। ਕੇਵਲ ਚਿੰਤਾ ਕਿ ਗਰੀਬ ਨਵਾਜ ਸਤਿਗੁਰੂ ਜੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲਿਆ ਪ੍ਰੈ ਤੁਧ ਭਗਵੰਤਾ। ਮੋਹਿ ਰਹਿਣ ਨਾ ਬਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ। ਪਰਿਵਾਰ ਦਾ ਜੀਵ ਚਲ ਗਿਆ ਸਾਨੂੰ ਨੀਂਦ ਨਹੀਂ ਆਊਗੀ। ਕਿਸੇ ਜੇਬ ਕਤਰੇ ਨੇ ਬਟੂਆ ਕੱਟ ਲਿਆ ਨੀਂਦ ਨਹੀਂ ਆਊਗੀ। ਕਿਤੇ ਪੈਸੇ ਗੁਆਚ ਗਏ ਸਾਨੂੰ ਨੀਂਦ ਨਹੀਂ ਆਊਗੀ। ਬੱਚਾ ਘਰ ਦੇ ਵਿੱਚ ਕੋਈ ਗੱਲਬਾਤ ਹੋ ਗਈ ਸਾਨੂੰ ਨੀਂਦ ਨਹੀਂ ਆਊਗੀ। ਜਿੱਥੇ ਕੰਮ ਕਰਦੇ ਮਾਲਕਾਂ ਨੇ ਕੰਮ ਤੋਂ ਕੱਢਤਾ ਬੁਰਾ ਭਲਾ ਬੋਲ ਦਿੱਤਾ ਤੇ ਤੈਨੂੰ ਚੈਲੰਜ ਕਰਤਾ ਵਾਰਨਿੰਗ ਦੇ ਤੇ ਰਾਤ ਨੂੰ ਨੀਂਦ ਨਹੀਂ ਆਊਗੀ। ਹੈ ਕੋਈ ਐਸਾ ਜਿਹੜਾ ਕਹੂਗਾ ਵੀ ਅੱਜ ਦਿਨੇ ਨਾਮ ਨਹੀਂ ਜਪ ਹੋਇਆ ਵੀ ਨੀਂਦ ਨਹੀਂ ਆਉਂਦੀ? ਹੈਗਾ ਕੋਈ ਐਸਾ ਜਿਹਨੇ ਆਪਣੇ ਆਪ ਦੇ ਨਾਲ ਗੱਲਾਂ ਕਰਕੇ ਇਹ ਗੱਲ ਆਖੀ ਹੋਊਗੀ ਸੌਣ ਲੱਗੇ ਨੇ ਵੀ ਅੱਜ 4 ਪੈਰ ਦਿਨ ਦੇ ਬਰਬਾਦ ਹੋ ਗਏ, ਪਰਮਾਤਮਾ ਦਾ ਸਿਮਰਨ ਨਹੀਂ ਹੋਇਆ, ਮੈਂ ਸੌ ਕਿੱਦਾਂ ਜਾਵਾਂ? ਕਿਉਂਕਿ ਰੋਟੀ ਨਾ ਮਿਲੇ ਨੀਂਦ ਨਹੀਂ ਆਊਗੀ, ਪਾਣੀ ਨਹੀਂ ਮਿਲਿਆ ਨੀਂਦ ਨਹੀਂ ਆਊਗੀ, ਤੇ ਖੁਰਾਕ ਜੋ ਇਸ ਮਨ ਦੀ ਹੈ ਉਹ ਨਹੀਂ ਮਿਲੀ ਨੀਂਦ ਨਹੀਂ ਆਊਗੀ। ਕਿਤੇ ਘਾਟਾ ਪੈ ਗਿਆ ਕਰੋੜਾਂ ਦਾ ਤਾਂ ਬੇਚੈਨੀ ਤੇ ਡਿਪਰੈਸ਼ਨ 'ਚ ਚਲ ਜਾਊਗਾ। ਉਹ ਜਿਹੜਾ ਧਨ ਕਮਾਉਣ ਵਾਸਤੇ ਜਿਹੜਾ ਵਪਾਰ ਕਰਨ ਵਾਸਤੇ ਅਕਾਲ ਪੁਰਖ ਪਰਮਾਤਮਾ ਨੇ ਤੈਨੂੰ ਭੇਜਿਆ, ਸੱਚ ਵਪਾਰ ਕਰੋ ਵਪਾਰੀ ਦਰਗ ਹੈ ਨਿਭ ਹੈ ਖੇਪ ਤੁਮਾਰੀ ਬਣਜ ਕਰੋ ਬਣਜਾ ਰਹੋ ਬਖਰ ਲਿਓ ਸੰਭਾਲ। ਕਦੇ ਨਹੀਂ ਐਸਾ ਹੋਇਆ। ਫਿਰ ਕੀ ਕਹੀਏ? ਗੁਰਬਾਣੀ ਨੂੰ ਕੁਛ ਕਹਿ ਦਈਏ ਵੀ ਚੇਂਜ ਹੋ ਜਵੇ ਇਹ ਬੋਲ, ਇਹ ਪੰਕਤੀਆਂ ਨਹੀਂ ਠੀਕ, ਇਹ ਸ਼ਬਦ ਨਹੀਂ ਠੀਕ ਹੈ। ਤੇ ਜੇ ਪੂਰੇ ਕਾ ਕੀਆ ਸਭ ਕੁਛ ਪੂਰਾ ਹੈ, ਜੇ ਪੂਰੇ ਗੁਰ ਕਾ ਉਪਦੇਸ਼ ਇੱਕ ਅਟਲ ਸਚਾਈ ਹੈ, ਫਿਰ ਆਪਣੇ ਆਪ ਨੂੰ ਮੰਨ ਲਈਏ ਵੀ ਵਾਕਿਆ
ਇਹ ਮੈਲ ਨਾਲ ਹਿਰਦਾ ਭਰਿਆ ਹੋਇਆ। ਵਾਕਈ ਮੈਨੂੰ ਕੁਝ ਨਹੀਂ ਪਤਾ, ਵਾਕਈ ਇਹ ਐਨੀ ਮੈਲ ਚੜ ਗਈ ਕਿ ਇਸ ਨੂੰ ਪਤਾ ਹੀ ਨਹੀਂ ਕਿ ਕਿਹੜੀ ਮੇਰੀ ਰੂਹ ਦੀ ਖੁਰਾਕ ਹੈ, ਕੀ ਮਿਲਣ ਤੇ ਮੈਨੂੰ ਨੀਂਦ ਨਹੀਂ ਸੀ ਆਉਣੀ, ਤੇ ਕਿਹੜੀ ਚੀਜ਼ ਮਿਲਣ ਤੇ ਨੀਂਦ ਆਉਣੀ ਹੈ। ਫਿਰ ਆਪਣੇ ਆਪ ਦੇ ਨਾਲ ਇਹ ਵਿਚਾਰ ਕਰੂਗਾ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ, ਸੋ ਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਓ। ਧਨ ਧਨ ਭਾਗ ਤਿਨਾ ਭਗਤ ਜਨਾ। ਰਾਜਾ ਕਿਸੇ ਵੀ ਦੇਸ਼ ਦਾ ਕਿਸੇ ਨੂੰ ਸਨਮਾਨ ਕਰਦਾ ਤੇ ਸਾਡੀ ਛਾਤੀ ਚੌੜੀ ਹੋ ਜਾਂਦੀ ਹੈ। ਵਿਸ਼ੇਸ਼ ਕਰਕੇ ਮੈਨੂੰ ਅਵਾਰਡ ਮਿਲਿਆ। ਜੇ ਪਰਮਾਤਮਾ ਤੁਹਾਨੂੰ ਅਵਾਰਡ ਦੇਵੇ, ਪਰਮਾਤਮਾ ਤੁਹਾਨੂੰ ਪਹਿਚਾਣ ਪੱਤਰ ਦੇਵੇ ਵੀ ਇਹ ਮੇਰਾ ਸਿੱਖ ਹੈ, ਇਹ ਮੇਰਾ ਭਗਤ ਹੈ, ਇਹ ਮੇਰਾ ਗੁਰਮੁਖ ਹੈ, ਇਹ ਮੇਰਾ ਸੰਤ ਹੈ, ਇਹ ਮੇਰਾ ਸਾਧ ਹੈ, ਜੇ ਪਰਮਾਤਮਾ ਮੰਨ ਲਏ ਇਹ ਮੇਰਾ ਪੁੱਤ ਹੈ, ਅਰਦਾਸ ਸਾਡੀ ਕਬੂਲ ਹੋ ਜਾਵੇ ਵੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ, एक पिता एक छिके हम बारक। तू मेरा पिता, तू है मेरा माता, तू मेरा बंधव, तू मेरा भराता, तू मेरा राका, सबनी थाई एक ना एक दिन तो सुनी जानी है। ते परमात्मा ने सानू बना लेना अपना पुत गुरमुख। बनाया तां एक पासे साडे उस पुत दे नाम दे अगे पिछे धन धन लाता, धन धन ते धन जन, जिन जन जने भाव जिन्हां ने सेवक पैदा किते, जिन्हां मामा ने, जिन्हां ने अपनियां कुखां पवित्र कीतियां, अपना कुल खानदान भाव सागर तो पार किया, जिन्हां ने भजन बंदगी ऐनी कीती। धन धन पिता, धन धन कुल, धन धन सो जननी जिनी गुरु जनिया माय। धन धन भाग तिना भगत जना, जो हर नामा हर मुख कहते हैं। धन धन भाग तिना संत जना, जो हर जस सरवणी सुनते हैं। धन धन भाग तिना साध जना, हर कीर्तन गाए गुणी जन बनते हैं। धन धन भाग तिना गुरमुखां, जो गुर सिख लै मन जिणतियां। रब बोल रहा गुरु अर्जन देव महाराज जी की मखारबिंद तो, जिन्होंने अपने बना लिया, ये रब वडियाई दे रहा, धन धन कह रहा। धन 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 जन आया, जिस प्रसाद सब जग तराया। जन आवन का यह सुआओ, जन का संग चित आवे नाओ। आप मुक्त मुक्त करे संसार, नानक तिस जन को सदा नमस्कार। धन धन भाग तिना गुरमुखां, जो गुर सिख लै मन जिनतियां। महाराज जी इस पौड़ी की अखीरली भगती च कहते, सब तो बड़े भाग गुर सिखां के, सारियां तो बड़े भाग गुर सिखां दे। जो गुर चरनी सिख पढ़तियां, भाव चरना च बिरती नूं टका के, फिर रसना तो ते कन्ना तो ये सुनते है। परोपकारी आए जन, परोपकारी आए, परोपकारी आए जन, परोपकारी आए, परोपकारी कोई रसना बांझी ना रहे। सब भुल जो मन दे विच है, केवल पढ़ो। ऐन प्यार भावना दे नाल हिरदे दी ढंगाई चों परोपकारी आए जन, परोपकारी आए, परोपकारी आए जन, परोपकारी आए,
ਦਰਸ਼ਨਾਂ ਤੋਂ ਆਵਾਜ਼ ਆਵੇ। ਕਰ ਦਿਓ ਕਿਰਪਾ, ਲਵਾ ਲਓ ਹਾਜ਼ਰੀਆਂ। ਲਾਹਾ ਲੈ ਲਓ ਲਾਹਾ ਭਾਈ। ਜਨਮ ਮਰਨ ਦੋਹੂੰ ਮੈਂ ਨਾਹੀ, ਜਨਮ ਮਰਨ ਦੋਹੂੰ ਮੈਂ ਨਾਹੀ, ਜਨਮ ਮਰਨ ਦੋਹੂੰ ਵਾਹਿਗੁਰੂ, ਜਨਮ ਮਰਨ ਦੋਹੂੰ ਪਰ ਉਪਕਾਰੀ ਆਏ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ ਵਾਹਿਗੁਰੂ। ਬਹੁਤ ਕਿਰਪਾ, ਬਹੁਤ ਕਿਰਪਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਜੀ ਦਾਨ ਦੇ ਭਗਤੀ ਲਾਇਨ, 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 ਜੀ ਦਾਨ ਦੇ ਭਗਤੀ ਲਾਇਨ ਵਾਹਿਗੁਰੂ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ, 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 ਹਰ ਸਿਉ ਲੈਣ ਵਾਹਿਗੁਰੂ, ਹਰ ਸਿਉ ਲੈਣ ਪਰ ਉਪਕਾਰੀ ਆਏ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ ਜਨ, ਪਰ ਉਪਕਾਰੀ ਆਏ ਜਨ, ਉਪਕਾਰੀ ਆਏ ਜਨ, ਪਰ ਉਪਕਾਰੀ ਆਏ ਵਾਹਿਗੁਰੂ, ਪਰ ਉਪਕਾਰੀ ਆਏ ਜਨ, ਪਰ ਉਪਕਾਰੀ ਆਏ ਵਾਹਿਗੁਰੂ, 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 ਲਾਲੋ ਮੈਲ, ਲਾਲੋ ਮੈਲ, ਅੱਖ ਦੇ ਹਿਰਦੇ ਚੋਂ ਮੈਲ, ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ 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 ਪਰਉਪਕਾਰੀ ਆਏ ਜਨ ਪਰਉਪਕਾਰੀ ਆਏ ਪਰਉਪਕਾਰੀ ਆਏ ਜਨ ਪਰਉਪਕਾਰੀ ਆਏ ਪਰਉਪਕਾਰੀ ਆਏ ਜਨ ਪਰਉਪਕਾਰੀ ਵਾਹਿਗੁਰੂ ਪਰਉਪਕਾਰੀ ਆਏ ਜਨ ਪਰਉਪਕਾਰੀ ਆਏ ਪੂਰਬ ਕਰਮ ਅੰਕਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਕਾਫੀ ਪ੍ਰੇਮੀ ਸਤਸੰਗਤ ਦੇ ਵਿੱਚ ਸਾਡੇ ਇਲਾਕੇ ਦੇ ਸਾਡੇ ਨਗਰ ਦੇ, ਕਿਉਂਕਿ ਜਿਸ ਦੇ ਨਾਲ ਸਮਝ ਆ ਜਾਵੇ, ਜਿਸ ਪ੍ਰਮਾਣ ਦਲੀਲ ਦੇ ਨਾਲ ਉਦਾਹਰਨ ਦੇ ਨਾਲ ਐਗਜ਼ਾਮਪਲ ਦੇ ਨਾਲ ਗੱਲ ਸਮਝ ਦੇ ਵਿੱਚ ਆ ਜਾਵੇ, ਹਰ ਇੱਕ ਜੀਵਨ ਹਰ ਇੱਕ ਮਨੁੱਖ ਦਾ ਵੱਖਰਾ ਵੱਖਰਾ ਸੁਭਾਅ ਮੈਂ ਆਪਣੇ ਤੋਂ ਸ਼ੁਰੂ ਕਰ ਦਿੰਦਾ ਵੀ ਸਾਡੇ ਘਰ ਦੇ ਸਾਡਾ ਪਰਿਵਾਰ ਕਿੰਨਾ ਕੁ ਭਰੋਸਾ ਕਰਦਾ ਮੇਰੇ ਤੇ। ਕਾਫੀ ਗੁਰਮੁਖ ਪਿਆਰੇ ਜਿਹੜੇ ਘਰ ਵੀ ਜਾ ਕਰਕੇ ਆਏ ਉਹਨਾਂ ਨੂੰ ਪਤਾ ਉਹ ਇਸ ਤਰ੍ਹਾਂ ਦਾ ਬਿਹੇਵ ਇਸ ਤਰ੍ਹਾਂ ਦਾ ਵਰਤਾਓ ਮੇਰੇ ਨਾਲ ਕਰਦੇ ਆ ਵੀ ਜਿੱਦਾਂ ਕੋਈ ਸਿਰੇ ਦਾ ਅਮਲੀ ਹੋਵੇ, ਸ਼ਰਾਬੀ ਹੋਵੇ। ਵੀ ਇਹਦਾ ਕੋਈ ਪਤਾ ਨਹੀਂ ਵੀ ਸਾਡੇ ਜਾਣ ਤੋਂ ਬਾਅਦ ਦੇ ਵਿੱਚ ਇਹਨੇ ਕੀ ਘਰੋਂ ਚੱਕ ਕੇ ਦੇ ਦੇਣਾ। ਬਸ ਇਹਨੇ ਬਾਣਾ ਦੇਖਿਆ ਨਹੀਂ ਸਰੀਰ ਦਾ, ਸਾਧੂ ਦਾ, ਉਹਨੂੰ ਲਿਆ ਕੇ ਵੀ ਜੋ ਕੁਛ ਉਹਨੇ ਕਹਿਣਾ ਤੇ ਇਹਨੇ ਦੇ ਦੇਣਾ। ਮੈਂ ਕਈ ਵਾਰੀ ਹੱਸਦਾ ਹੁੰਦਾ, ਮੈਂ ਕਿਹਾ ਤੁਸੀਂ ਏਦਾਂ ਕਰੋ, ਇਹ ਸਾਰਾ ਸਮਾਨ ਨਾ ਝਲੇੜੇ ਤੋਂ ਟਰੱਕ 'ਚ ਭਰ ਕੇ ਬੰਬੇ ਲੈ ਜਾਓ। ਜਦੋਂ ਮੈਂ ਬੰਬੇ ਪਿੰਡ ਨੂੰ ਆਉਣਾ ਫਿਰ ਤੁਸੀਂ ਉੱਥੇ ਦਾ ਸਮਾਨ ਇੱਥੇ ਲਿਆ ਕਰੋ। ਜੇ ਤੁਹਾਨੂੰ ਭਰੋਸਾ ਹੀ ਨਹੀਂ, ਤੁਹਾਨੂੰ ਅਕੀਦਾ ਹੀ ਨਹੀਂ ਵੀ ਕੀ ਆ ਵੀ ਇਹ ਸੁਭਾਅ ਬਦਲ ਨਹੀਂ ਸਕਦਾ। ਇੱਥੇ ਤੁਹਾਡੇ 'ਚ ਗੁਰਮੀਤ ਸਿੰਘ ਕਰਕੇ ਆ, ਉਹ ਬੰਬੇ ਆਇਆ ਪਰਿਵਾਰ ਦੇ ਸਮੇਤ, ਇੱਕ ਫਕਰ ਸਾਧੂ, ਪਤਾ ਨਹੀਂ ਨਹਾਤੇ ਧੋਤੇ ਨੂੰ ਕਿੰਨਾ ਕੁ ਚਿਰ ਹੋ ਗਿਆ, ਉਹਨੂੰ ਮੈਂ ਲੈ ਗਿਆ। ਉਹਨੂੰ ਮੈਂ ਲਿਜਾ ਕੇ ਤੇ ਪਰਿਵਾਰ ਗੁਰਦੁਆਰਾ ਸਾਹਿਬ ਚਲੇ ਗਿਆ ਤੇ ਮੈਂ ਗੁਰਮੀਤ ਸਿੰਘ ਨੂੰ ਕਿਹਾ, ਮੈਂ ਕਿਹਾ ਇਹਨੂੰ ਗਰਮ ਪਾਣੀ ਦੇ ਨਾਲ 3-4 ਵਾਰੀ ਸਾਬਣ ਸ਼ੈਂਪੂ ਤੇਲ ਲਾ ਕੇ ਇਹਨੂੰ ਨਲਾਉਣਾ, ਇਸ਼ਨਾਨ ਇਹਦਾ ਕਰਾਉਣਾ, ਫਿਰ ਵਧੀਆ ਜਿਹੜੇ ਕੱਪੜੇ ਆਹ ਜੇ ਕੱਪੜੇ ਇਹ ਪਾ ਕੇ ਤਾਂ ਫਿਰ ਇਹਨੂੰ ਬਿਲਡਿੰਗ ਤੋਂ ਥੱਲੇ ਉਤਾਰਨਾ। ਤੇ ਗੁਰਮੀਤ ਸਿੰਘ ਨੇ ਇਸੇ ਤਰ੍ਹਾਂ ਕੀਤਾ। ਉਹਨੇ ਚੰਗਾ ਘੰਟਾ 1.5 ਘੰਟਾ ਲਾਇਆ ਤੇ ਜਦੋਂ ਗੁਰਦੁਆਰਾ ਸਾਹਿਬ ਤੋਂ ਪਰਿਵਾਰ ਆਇਆ ਤੇ ਉਹ ਬਾਥਰੂਮ ਦੇ ਦਰਵਾਜ਼ੇ ਦੇ ਪਿਛਲੇ ਪਾਸੇ ਨਾ ਥੋੜੀ ਜਿਹੀ ਮੈਲ ਜੀ ਤੇ ਗੰਦ ਜਿਹਾ ਪਿਆ ਸੀ। ਤੇ ਤੁਹਾਨੂੰ ਪਤਾ ਬੁੜੀਆਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੀ ਮਿੱਟੀ, ਇਹ ਜਿਹੜਾ ਗਾਰਾ ਸਾਡੇ ਘਰ ਦਾ ਨਹੀਂ, ਇਹ ਬਾਹਰੋਂ ਆਇਆ। ਉਹਨੂੰ ਪਤਾ ਲੱਗ ਗਿਆ ਬਸ ਵੀ ਇਹਦਾ ਇਹ ਕੰਮ ਆ, ਇਹ ਸੁਭਾਅ ਦਾ ਹੈ। ਹੁਣੇ ਹੀ ਇੱਥੇ ਆਉਣ ਤੋਂ ਪਹਿਲਾਂ ਇੱਕ ਮਹਾਤਮਾ ਆ MP ਦੇ ਵਿੱਚ, ਇੰਦੌਰ ਦੇ ਵਿੱਚ, ਸਾਨੂੰ ਪਤਾ ਲੱਗੇ ਵੀ ਕੌਣ ਸਾਧ ਹੈ, ਕਿਹੜਾ ਜਨ ਹੈ, ਕਿਸ ਸੰਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕੀਤੀ ਹੈ, ਕਿਹੜਾ ਇਸ ਮਾਰਗ ਦਾ ਪੈਂਦੀ ਆ, ਜਿਹਨੇ ਸਾਰੇ ਰਸਤੇ ਅਣਦੇਖੇ ਕਰਕੇ ਤੇ ਅੱਗੇ ਨੂੰ ਤੁਰ ਪਏ। ਸਾਨੂੰ ਸਾਰਿਆਂ ਨੂੰ ਪਤਾ ਵੀ ਅਸੀਂ ਫਲੈਟ ਲਈਏ ਜਿੱਥੇ ਅਸੀਂ ਜਾਣਾ, ਜੇ ਕਿਤੇ ਸਾਡੇ ਨਾਲ ਸਾਡੀ ਮੰਜ਼ਿਲ ਤੇ ਕੋਈ ਜਾਣ ਵਾਲਾ ਯਾਤਰੂ ਮਿਲ ਗਿਆ, ਕਿੰਨੀ ਖੁਸ਼ੀ ਹੁੰਦੀ। ਤੁਹਾਨੂੰ ਬੜੇ ਖੁਸ਼ ਹੁੰਦੇ ਆ ਵੀ ਜਿਹੜਾ ਪਹਿਲੀ ਵਾਰੀ ਗਿਆ ਉਹਨੂੰ ਤਾਂ ਜ਼ਿਆਦਾ ਖੁਸ਼ੀ ਹੋ ਜਾਂਦੀ, ਮੈਨੂੰ ਕੁਝ ਕਰਨ ਦੀ ਲੋੜ ਨਹੀਂ, ਇਹਨੇ ਬੋਰਡਿੰਗ ਪਾਸ ਜਿਹੜੇ ਸਭ ਕੁਝ ਇਮੀਗ੍ਰੇਸ਼ਨ ਤੇ ਜਿੰਨੀ ਵੀ ਸਿਕਿਉਰਿਟੀ ਸਭ ਕੁਝ ਇਹਨੇ ਕਰਾ ਦੇਣਾ। ਕਿੰਨੀ ਖੁਸ਼ੀ ਤੁਹਾਨੂੰ ਹੁੰਦੀ, ਪਤਾ ਨਾ। ਇਸੇ ਤਰ੍ਹਾਂ ਰੱਬ ਨੂੰ ਮਿਲਣ ਵਾਸਤੇ ਜਿਹੜੀਆਂ ਰੂਹਾਂ ਤੁਰ ਪਈਆਂ, ਜਦੋਂ ਉਹਨਾਂ ਦਾ ਵਾਸਤਾ ਇਹੋ ਜਿਹੇ ਰਾਹੀ ਦੇ ਨਾਲ ਪੈ ਜਾਂਦਾ ਵੀ ਮੇਰੀ ਵੀ ਉਹੀ ਮੰਜ਼ਿਲ ਹੈ, ਮੈਂ ਵੀ ਉੱਥੇ ਪਹੁੰਚਣਾ,
ਮੇਰੇ ਤੇ ਵੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਵੇ ਖੋਜਤ ਸੁਣੀ ਇਹ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਈ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਸਾਧੂ ਸੰਗ ਭਜੋ ਗੋਪਾਲ। ਕਿੰਨੇ ਕੁਛ ਹੁੰਦੇ ਆ। ਇਸੇ ਤਰ੍ਹਾਂ ਤੇ ਮੈਂ ਕਿਹਾ ਸਮੇਂ ਦੇ ਸਵਾਸਾਂ ਦਾ ਪਤਾ ਨਹੀਂ ਹੁੰਦਾ ਤੇ ਮੈਂ ਚਲੇ ਗਿਆ। ਧਿਆਨ ਦਿਓ 50 ਸਾਲ ਦੀ ਉਮਰ ਹੋਣੀ ਉਸ ਮਹਾਤਮਾ ਦੀ। ਇਹ ਇੱਧਰ ਆਉਣ ਦੀ ਪਹਿਲਿਆਂ ਦੀ ਵਾਰਤਾ ਹੈ। ਧਿਆਨ ਨਾਲ ਸੁਣੋ, ਗੱਲ ਸਮਝ ਚ ਆ ਜਾਊਗੀ। ਤੇ ਮੈਂ ਚਲੇ ਗਿਆ ਬੀਆਬਾਨ। ਮੈਂ ਹੈਰਾਨ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜੰਗਲ ਬੀਆਬਾਨ ਸਮੁੰਦਰ ਦੇ ਕਿਨਾਰਿਆਂ ਤੇ ਜਦੋਂ ਬਿਲਕੁਲ ਸੁੰਨਮਸਾਨ ਜਗ੍ਹਾ ਕਹਿੰਦੇ ਸੀ ਮਰਦਾਨਿਆਂ ਰਵਾਬ ਵਜਾ ਬਾਣੀ ਆਈ ਹੈ। ਜਿਨ੍ਹਾਂ ਸੰਗਤਾਂ ਨੇ ਆਪ ਜੀ ਦੇ ਦਰਸ਼ਨ ਕੀਤੇ, ਆਪ ਜੀ ਦੇ ਮਖਾਰ ਬਿੰਦ ਤੋਂ ਇਹ ਪਵਿੱਤਰ ਬਚਨ ਤੇ ਗੁਰਬਾਣੀ ਸੁਣੀ। ਜਿਹੜੇ ਆਪ ਜੀ ਦੀ ਸੰਗਤ ਕਰਦੇ ਸੀ, ਨਾ ਉਹਨਾਂ ਦੇ ਖਾਣ ਦਾ ਪ੍ਰਬੰਧ, ਨਾ ਉੱਤੇ ਵਿਛਾਈ ਦਾ ਪ੍ਰਬੰਧ, ਨਾ ਹੀਟਰ ਤੇ ਨਾ ਏਸੀ ਦਾ ਪ੍ਰਬੰਧ, ਨਾ ਜਲ ਪਾਣੀ ਦਾ ਪ੍ਰਬੰਧ, ਕੋਈ ਪ੍ਰਬੰਧ ਨਹੀਂ। ਕਿਉਂ ਨਹੀਂ ਪ੍ਰਬੰਧ? ਜਦੋਂ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਹੁਣ ਬਾਬਾ ਨਾਨਕ ਆਪ ਪੱਥਰਾਂ ਤੇ ਬੈਠੇ ਆ, ਉਹ ਤਾਂ ਆਪ ਕਿਕਰਾਂ ਦੀ ਸੂਲਾਂ ਤੇ ਬੈਠੇ ਆ, ਉਹ ਤਾਂ ਆਪ ਘਾਹ ਤੇ ਬੈਠੇ ਆ। ਤੇ ਜਿਹੜੇ ਆਉਂਦੇ ਉਹਨਾਂ ਨੂੰ ਕਿਹੜੀ ਵਿਛਾਈ ਕਰ ਦੇਣੀ ਹੈ? ਕਿਉਂਕਿ ਸਾਨੂੰ ਤਾਂ ਸਾਰੀ ਸੁਵਿਧਾ ਚਾਹੀਦੀ ਹੈ ਨਾ, ਪਰ ਫੇਰ ਵੀ ਇਸ ਸੁਵਿਧਾ ਦਾ ਕੋਈ ਲਾਹਾ ਨਹੀਂ ਅਸੀਂ ਲੈਣਾ। ਕੋਈ ਬਿਰਲੀ ਰੂਹ ਹੈ ਜਿਹੜੀ ਇਸ ਤੋਂ ਉੱਪਰ ਉੱਠ ਕੇ ਅਡਾਰੀ ਮਾਰ ਕੇ ਗੁਰਮੁਖ ਪਿਆਰਿਓ ਆਪਣੀ ਖੁਰਾਕ ਨੂੰ ਪ੍ਰਾਪਤ ਕਰ ਲੈਂਦੀ ਹੈ। ਜਿਹੜੀ ਰੂਹ ਦੀ ਖੁਰਾਕ ਹੈ, ਸੱਚ ਦਾ ਜਿਹੜਾ ਭੋਜਨ ਹੈ। ਤੇ ਖਿਮਾ ਕਰਨਾ। ਤੇ ਮੈਂ ਕਿਹਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹਨਾਂ ਦੀਆਂ ਪੱਥਰਾਂ ਤੇ ਸਮਾਧੀਆਂ, ਛੂਲਾਂ ਤੇ ਸਮਾਧੀਆਂ, ਪਹਾੜਾਂ 'ਚ ਸਮਾਧੀਆਂ, ਜੰਗਲ ਬੀਆਬਾਨ 'ਚ ਸਮਾਧੀਆਂ, ਬੇਅੰਤ ਇਤਿਹਾਸ ਦੇ ਵਿੱਚ ਵਾਰਤਾਵਾਂ ਆਉਂਦੀਆਂ। ਉਹਨਾਂ ਨੇ ਹੱਥ ਜੋੜਨੇ, ਮਹਾਰਾਜ ਜੀ ਜਾਓ। ਬੜਾ ਸਕੂਨ ਮਿਲਿਆ। ਸਾਰੀ ਜ਼ਿੰਦਗੀ ਸ਼ਾਂਤੀ ਨਹੀਂ ਮਿਲੀ ਜੋ ਆਪ ਜੀ ਦੇ ਦਰਸ਼ਨਾਂ ਦਿਦਾਰਿਆਂ ਤੋਂ ਮਿਲੀ। ਸੱਚਖੰਡ ਹਰਿਮੰਦਰ ਸਾਹਿਬ ਵੀ ਤੇ ਬਹੁਤ ਘਣਾ ਜੰਗਲ ਹੁੰਦਾ ਸੀ। ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਬਾਲਾ ਮਰਦਾਨਾ ਜੀ ਨੇ ਉੱਥੇ ਚਰਨ ਪਾਏ। ਉੱਥੇ ਬਚਨ ਹੋਇਆ ਸੀ। ਜਿਹੜੇ ਕੀਰਤਨ ਸੁਣਨ ਵਾਸਤੇ ਉਹ ਗਾਈਆਂ ਮੱਝਾਂ ਚਾਰਨ ਵਾਲੇ ਚਰਵਾਹੇ ਹੌਲੀ ਹੌਲੀ ਸੰਗਤ ਹੋਣ ਲੱਗ ਪੈਂਦੀ। ਤੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਵੀ ਅਸੀਂ ਅਗਾਂਹ ਨੂੰ ਜਾਣਾ, ਤੇ ਗੁਰਮੁਖ ਪਿਆਰੋ ਉਹਨਾਂ ਤੋਂ ਰਿਹਾ ਨਾ ਗਿਆ। ਉਹਨੇ ਵੈਰਾਗ ਦੇ ਨਾਲ ਹੱਥ ਜੋੜੇ, ਮਹਾਰਾਜ ਸਾਡਾ ਕੀ ਬਣੂਗਾ, ਅਸੀਂ ਕਿੱਦਾਂ ਰਹਾਂਗੇ? ਫਿਰ ਬਚਨ ਕੀਤਾ ਸੀ ਸਮਾਂ ਆਵੇਗਾ ਫਿਰ ਇੱਥੇ ਅੱਠੇ ਪੈਰ 24 ਘੰਟੇ ਕੀਰਤਨ ਦੀਆਂ ਧੁਨਾਂ ਸੁਣਾਈ ਦੇਣਗੀਆਂ। ਕੀਰਤਨ ਨਹੀਂ ਹੈ, ਪਰ ਗੁਰਬਾਣੀ ਨੇ ਮੰਨਿਆ ਐਸਾ ਕੀਰਤਨ ਕਰ ਮਨ ਮੇਰੇ। ਨਾਮ ਨਾਮੇ ਆ, ਕੋਈ ਵੀ ਨਾਮ ਜਪੋ, ਪਰ ਨਾਮ ਦੇ ਅੱਗੇ ਵੀ ਆਖਿਆ ਐਸਾ ਨਾਮ ਨਿਰੰਜਨ ਹੋਏ। ਕਥਾ ਹੀ ਹੈ ਵੀ ਇੱਕ ਹੀ ਕਥਾ ਹੈ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ, ਜਿਹੜੀ ਸੁਣ ਹਰ ਕਥਾ ਉਤਾਰੀ ਮੈਲ। ਜਿੱਥੋਂ ਕਥਾ ਸ਼ੁਰੂ ਹੋਈ, ਨਿਰਗੁਣ ਕਥਾ ਹੈ ਹਰ ਕੀ, ਭਜ ਮਿਲ ਸਾਧੂ ਸੰਗਤ ਜਨ ਕੀ, ਤਰ ਭੌਜਲ ਅਕਥ ਕਥਾ ਸੁਣ ਹਰ ਕੀ। ਹਰੀ ਦੀ ਅਕਥ ਕਥਾ ਸੁਣ ਕੇ ਆਪਣਾ ਭਲਾ ਕਰ ਲਾ। ਕੋਈ ਵਿਸ਼ੇਸ਼ ਜਾਂ ਸਵਾਰਥ ਕਰਕੇ ਨਹੀਂ ਮੈਂ ਹੱਥ ਜੋੜਦਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ। ਜਦੋਂ ਮੈਂ ਗਿਆ ਤੇ ਬੋਹੜ ਦਾ ਦਰਖਤ ਸੀ, ਨਦੀ ਦਾ ਕਿਨਾਰਾ ਸੀ, ਤੇ ਤਰਪਾਲ ਦੇ ਨਾਲ ਇੱਕ ਮਾੜੀ ਜਿਹੀ ਛੰਨ ਜਿਹੀ ਬਣੀ ਸੀ, ਪੱਥਰ ਸੀ ਜਿੱਤੇ 5-7 ਸਰੀਰ ਬੈਠੇ ਸੀ, ਤੇ ਆਪ ਮਹਾਂਪੁਰਸ਼ ਮੰਜੇ ਤੇ ਬੈਠੇ ਸੀ। ਜਿੱਦਾਂ ਹੀ ਅਸੀਂ ਗਏ ਕਿਲੋਮੀਟਰ ਤੁਰ ਕੇ
2.5-3 ਘੰਟੇ ਅਧਿਆਤਮਕ ਤੋਂ ਬਗੈਰ ਕੋਈ ਗੱਲੇ ਨਹੀਂ ਹੋਈ। ਪ੍ਰਭੂ ਪਰਮਾਤਮਾ ਪਰਮੇਸ਼ਰ ਦੀ ਸਿਫਤ ਸਲਾਹ ਤੋਂ ਬਗੈਰ ਕੋਈ ਗੱਲ ਨਹੀਂ ਹੋਈ। ਮੈਂ ਕਿਹਾ ਵੀ ਜੀਵਨ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕਿਸੇ ਮਹਾਤਮਾ ਦੇ ਪਾਸ ਜਾਈਏ ਤੇ 3 ਘੰਟੇ ਕੇਵਲ ਅਧਿਆਤਮਕ ਵਿਚਾਰਾਂ, ਕੇਵਲ ਪ੍ਰਭੂ ਪਰਮਾਤਮਾ ਪਰਮੇਸ਼ਰ ਦਾ ਮਿਲਾਪ। ਤੇ ਮਹਾਂਪੁਰਸ਼ ਵੀ ਵਿਰਾਗ ਦੇ ਵਿੱਚ ਆ ਗਏ ਤੇ ਕਹਿਣ ਲੱਗੇ, ਜਦੋਂ ਅਸੀਂ ਜਵਾਨੀ 'ਚ ਪੈਰ ਰੱਖਿਆ ਤੇ ਮਾਤਾ ਪਿਤਾ ਨੇ ਵਿਆਹ ਦੀ ਗੱਲ ਕੀਤੀ ਤੇ ਬੜੇ ਆਰਾਮ ਨਾਲ ਆਪਣੀ ਮਾਂ ਨੂੰ ਕਿਹਾ, ਉਹ ਮਹਾਂਪੁਰਸ਼ ਕਹਿੰਦੇ ਵੀ ਤੂੰ ਆਨੰਦ ਕਾਰਜ ਮੇਰੇ ਸੁੱਖ ਵਾਸਤੇ ਕਰਨਾ ਕਿ ਆਪਣੇ ਵਾਸਤੇ, ਕਿਹਦੇ ਵਾਸਤੇ ਕਰਨਾ? ਕਹਿੰਦੇ ਹੋਰ ਨਾ ਗੱਲ ਕਰਿਓ ਮਾਤਾ ਜੀ, ਮੈਂ ਤੁਹਾਨੂੰ ਪੁੱਛਦਾ ਵੀ ਮੇਰਾ ਜਿਹੜਾ ਆਨੰਦ ਕਾਰਜ ਆ ਤੁਸੀਂ ਆਪਣੇ ਸੁੱਖ ਵਾਸਤੇ ਕਰਨਾ ਕਿ ਮੇਰੇ ਸੁੱਖ ਵਾਸਤੇ? ਜੇ ਆਪਣੇ ਸੁੱਖ ਵਾਸਤੇ ਮਾਂ ਕਰਨਾ ਫਿਰ ਦੂਜੇ ਭਰਾ ਭੈਣਾਂ ਆ ਉਹਨਾਂ ਦਾ ਵਿਆਹ ਹੋਇਆ ਤੇ ਤੁਸੀਂ ਕਰ ਦਿਓ, ਤੇ ਜੇ ਮੇਰੇ ਸੁੱਖ ਦੀ ਗੱਲ ਤੇ ਮੈਨੂੰ ਇਹ ਸੁੱਖ ਨਹੀਂ ਚਾਹੀਦਾ। ਮੈਂ ਜਨਮਾਂ ਜਨਮਾਂਤਰਾਂ ਤੋਂ ਦੁਖੀ ਹਾਂ, ਤੇਰੀ ਇੰਨੀ ਕੁ ਬਹੁਤ ਕਿਰਪਾ ਕਿ ਤੂੰ ਮੈਨੂੰ ਜਨਮ ਦੇਤਾ ਮਨੁੱਖ ਜਾਮੇ 'ਚ, ਤੇ ਮੇਰੀ ਰੂਹ ਕਰਦੀ ਹੈ, ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਮੈਂ 10-12 ਸਾਲ ਭਰਮਣ ਕਰਕੇ ਜਿਹੜੇ ਅੰਦਰੋਂ ਸਵਾਲ ਹੈ ਉਹਨਾਂ ਦਾ ਜਵਾਬ ਮਿਲ ਜਾਵੇ ਮੈਨੂੰ। ਪੜ੍ਹੇ ਲਿਖੇ ਉਹਨਾਂ ਦੀਆਂ ਗੱਲਾਂ ਬਾਤਾਂ ਚੋਂ ਮਤਲਬ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ। ਕਹਿੰਦੇ ਵੀ ਕਿਹੜਾ ਸਨ ਹੈ? ਕਹਿੰਦੇ ਮੈਂ ਕਿਹਾ ਜੀ 24 ਚੱਲ ਰਿਹਾ। ਕਹਿੰਦੇ 2011 ਚੋਂ ਮੈਂ ਸਹਿਮਤੀ ਦੇ ਨਾਲ ਘਰੋਂ ਆ ਗਿਆ। ਪੂਰੇ 12 ਸਾਲ ਕਹਿੰਦੇ ਦਰ ਭਟਕਿਆ, ਜਿੱਥੇ ਪਤਾ ਲੱਗਾ ਉਸ ਮਹਾਤਮਾ ਦੇ ਕੋਲ ਚਲ ਜਾਣਾ, ਉੱਤਰਕਾਂਸ਼ੀ ਚਲ ਜਾਣਾ, ਗੰਗੋਤਰੀ ਚਲ ਜਾਣਾ, ਹਰਿਦੁਆਰ ਚਲ ਜਾਣਾ, ਬਿੰਦਰਾਵਨ ਚਲ ਜਾਣਾ, ਅਯੁੱਧਿਆ ਚਲੇ ਜਾਣਾ, ਚਿੱਤਰਕੂਟ ਚਲੇ ਜਾਣਾ, ਕਾਂਸ਼ੀ ਬਨਾਸ ਚਲੇ ਜਾਣਾ, ਤਰਵੈਣੀ ਚਲੇ ਜਾਣਾ। ਕਹਿੰਦੇ ਮੈਂ ਬਹੁਤ ਘੁੰਮਿਆ, ਕਿਤਿਓਂ ਕੁਛ ਮੈਨੂੰ ਮਿਲਿਆ, ਕਿਤਿਓਂ ਕੁਛ ਮੈਨੂੰ ਮਿਲਿਆ, ਤੇ ਮੈਂ ਤਾਂ ਇੱਕੋ ਗੱਲ ਇਹ ਕਹਿੰਦਾ ਸੀਗਾ ਵੀ ਮੇਰੇ ਸਵਾਲਾਂ ਦਾ ਜਵਾਬ ਦਿਓਗੇ ਮੈਨੂੰ, ਜਿਹੜਾ ਮੁਖੀ। ਕਹਿੰਦੇ ਉਹਨੇ ਕਹਿਣਾ ਵੀ ਕਮਰਾ ਰਹਿائش ਬਹੁਤ ਵਧੀਆ, ਏਸੀ ਹੈ, ਇੰਨੇ ਵਜੇ ਲੰਗਰ ਪ੍ਰਸ਼ਾਦਾ, ਅਟੈਚ ਬਾਥਰੂਮ ਹੈ ਤੇ ਕਿਚਨ ਵੀ ਰੂਮ ਦੇ ਵਿੱਚ ਹੈ, ਵੀ ਤੁਸੀਂ ਜਿੰਨਾ ਚਿਰ ਮਰਜ਼ੀ ਰਹੋ। ਕਹਿੰਦੇ ਮੈਂ ਹੱਥ ਜੋੜਨਾ ਕਿ ਮੈਂ ਇਹ ਸੁੱਖ ਸਾਧਨਾ ਵਾਸਤੇ ਨਹੀਂ ਆਇਆ। ਮੇਰਾ ਤਾਂ ਇੱਕ ਸਵਾਲ ਹੈ ਵੀ ਮਨੁੱਖ ਜਾਮਾ ਸਫਲ ਕਿਵੇਂ ਹੋਵੇਗਾ, ਇਹਦਾ ਪ੍ਰਯੋਜਨ ਕੀ ਹੈ? ਮੈਂ ਜਾਣਿਆ ਖਾਣਾ ਪੀਣਾ ਹੱਸਣਾ ਸੌਣਾ ਇਹ ਜ਼ਿੰਦਗੀ ਨਹੀਂ, ਇਹ ਲਾਈਫ ਨਹੀਂ। ਇਹ ਬਾਬਾ ਫਰੀਦ ਨੇ ਸਾਡੇ ਕੰਨ ਖੋਲੇ ਆ। ਫਰੀਦਾ 4 ਗਵਾਇਆ ਹੰਡ ਕੈ 4 ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਘਰਾੜੇ ਮਾਰਨ ਵਾਲਿਓ ਇੱਕ ਦਿਨ ਤੁਹਾਨੂੰ ਪੁੱਛਣਾ ਕਿਸੇ ਨੇ। ਖਾ ਪੀ ਪਹਿਨ ਕੇ ਖੁਸ਼ੀਆਂ ਮਨਾਉਣ ਵਾਲਿਓ ਇੱਕ ਦਿਨ ਇੱਕ ਘੜੀ ਆਵੇਗੀ ਜਦੋਂ ਹਿਸਾਬ ਕਿਤਾਬ ਹੋਵੇਗਾ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਹੈ ਕਿ 4 ਗਵਾਇਆ ਹੰਡ ਕੈ 4 ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਤੂੰ ਕੀ ਸਮਝ ਰਿਹਾ ਜ਼ਿੰਦਗੀ ਨੂੰ ਕਿ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਪੀਨੀ ਧਿਰਗ ਜੀਵਨ ਨਹੀਂ ਰਹਿਣਾ। ਇਹ ਤਾਂ ਧਿਰਗ ਧਿਰਗ ਖਾਇਆ, ਧਿਰਗ ਧਿਰਗ ਸੋਇਆ, ਧਿਰਗ ਧਿਰਗ ਕਾਪੜ ਅੰਗ ਚੜਾਇਆ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਉਹ ਮੂਰਖਾ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ। ਜੇ ਤੇਰੀ ਤਾਂ ਗਲਵੱਕੜੀ ਗੁਰੂ ਨਾਨਕ ਨਾਲ ਪੈਣੀ। ਪਰਮਾਤਮਾ ਦੇ ਘਰ ਦਾ ਵਾਸੀ ਆ ਤੂੰ, ਪਰਮੇਸ਼ਰ ਦੀ ਜੋਤ ਹੈ, ਅਕਾਲ ਪੁਰਖ ਤੇ ਤੇਰੇ ਵਿੱਚ ਅੰਤਰ ਕੋਈ ਨਹੀਂ। ਇਹ ਤੇਰੀ ਜਨਮਾਂ ਜਨਮਾਂਤਰਾਂ ਦੀ ਮੈਲ ਨੇ ਇੰਨੀ ਦੂਰੀ ਬਣਾ ਦਿੱਤੇ ਤੇ ਤੈਨੂੰ ਸੁਪਨੇ ਦੇ ਵਿੱਚ ਵੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਚੇਤਾ ਨਹੀਂ ਆਉਂਦਾ। ਵੇ ਕਾਹਦੇ ਵਾਸਤੇ ਸਵਾਸ ਮਿਲਿਆ? ਸਿਰਫ ਹੰਕਾਰੇ ਮਾਰਨ ਵਾਸਤੇ, ਕੇਵਲ ਹੰਕਾਰ ਵਾਸਤੇ, ਕੇਵਲ ਹਾਕਮਾਂ ਦੀ ਤਰ੍ਹਾਂ ਹੁਕਮ ਚਲਾਉਣ ਵਾਸਤੇ, ਕੇਵਲ ਕਿੰਤੂ ਪਰੰਤੂ ਕਰਨ ਵਾਸਤੇ, ਕੇਵਲ ਜੈਰਸ ਤੇ ਈਰਖਾ ਕਰਨ ਵਾਸਤੇ। ਸਾਨੂੰ ਪਤਾ ਹੀ ਨਹੀਂ ਕਿ ਪਰਮਾਤਮਾ ਕੀ ਹੈ। ਪਰਮਾਤਮਾ ਇਹ ਗੱਲ ਕਹਿ ਰਿਹਾ ਦੁਨੀਆ ਦੇ ਲੋਕੋ, ਸਾਚ ਕਹੋ ਸੁਣ ਲਿਓ ਛਬੈ,
जिन प्रेम कियो तिन ही किया के प्रभ पायो। की है प्रेम, की है प्यार, जो तो प्रेम खिलन का चाओ, शेर तर तली गली मेरी आओ, इत मार्ग पैर तरीजै सिर दीजै कान ना कीजे। तेनू मुहब्बत नहीं सिखाई गुरु ग्रंथ साहब महाराज ने, प्यार नहीं सिखाया, निमरता नहीं सिखाई। ਇਹ ਕਿੱਥੇ ਜ਼ੋਰ ਲੱਗ ਰਿਹਾ? ਕਦੀ ਅੰਦਰ ਝਾਤੀ ਨਹੀਂ ਮਾਰੀ। ਚਾਰ ਕ ਬੰਦਿਆਂ ਨੇ ਬਸ ਬਣਾਤਾ ਤੇ ਬਿਠਾ ਦਿੱਤਾ ਕੁਰਸੀ ਚੇਅਰ ਤੇ, ਬਸ ਜੈ ਜੈਕਾਰ। ਉਹੀ ਆਦਤ ਬਣ ਗਈ। ਕੋਈ ਪਤਾ ਨਹੀਂ ਕਿ ਨੀਚਾ ਅੰਦਰ ਨੀਚ ਜਾਤ, ਨੀਚੇ ਹੂੰ ਅਤ ਨੀਚ। ਨਾਨਕ ਤਿਨ ਕੈ ਸੰਗ ਸਾਥ ਵੱਡਿਆ ਸਿਓ, क्या री चीन का ब्रह्म ज्ञानी तत् बेटा होया लौट से। उन्हें तुरे फिरना ते बच्चिया नौजवाना ने टिचर करनी दरवाजा रिख वांगू। वो कहते रोज किधर नूं मूँह चकदा? कहते कारण तू किसी के घर नहीं जाता, तू दर नहीं जाता, किसी दुकान ते नहीं जाता, कोई खान पीन का तेरा नहीं पता, वे उठ के तुर पैना। जदों बार बार पुछते रहे कहते मौत वाल जा रहे, कहते मरण वास्ते जा रहा। स्पष्ट किया कहते मैं कला ही मौत वाल नहीं जा रहा। पूरे कायनात दा जदों जन्म हो जाता, इहदा पहला श्वास मौत की यात्रा शुरू हो जाती है। जो दिन आवै सो दिन जाही, करना कूच रहन थिर नाही, संग चलता है हम भी चलना, दूर गवन सिर ऊपर मरना। कदी नहीं सोचा दिन ते पैर, पैर ते घरियां, आप कटै तन सीजै, काल अहेरी फिरै बदक ज्यों, कहो कवन बिद कीजे। तेनू पता नहीं बाज रूपी काल ने झपट मारनी है, तेरा सारा जीवन लीला खत्म करके रख देनी है। ध्यान देना। कहते 12 साल बाद परमात्मा की कृपा हुई। मैं क्या कृपा की निशानी? कहते सवाल खत्म हो, प्रश्न खत्म हो गए, केवल उतरते उतरे रह गए, कुछ नहीं। मैं वस्त्र देखे फटे हुए, ते एक साधक ने पूछा भी ये वस्त्र, वो कहते भावें साडे कोल 1000 जोड़े आ कपड़ियां दे, पहनना तो इको ही है। कहते शरीर ते 100 तो नहीं तुसीं पहन लोगे इको बारी, बेफायदा अलमारियां कमरे तैहां लाइया हुई, किन्ने कपड़े चाहिए शरीर के वास्ते। उन्हों का ना ही एक कपड़े वाला जोगी बन गया, एको कपड़ा ओनू धोना ते ओनू पा लेना। बड़े थरमे दे नाल कहते कहते अंदरला कपड़ा फटा हुआ था, उसको सीने के लिए मनुष्य जन्म मिला है, हमने उसको सी लिया। अभी इस कपड़े फटे हुए की हमारे को परवाह नहीं, हमारे को कोई चिंता नहीं किसी भी कपड़े की। जो 3 घंटे हो गए मैं तो बैठा, तो जेडे सज्जे खब्बे होर जिन्होंने मैं नाल लैके गया सी, उन्हें देखा भी अंदरों हुणे बेचैन जे हो गए, बारिश पै रही सी। ते महात्मा कहते भी मैं गल लियावां। जदों वो उठे तो मैं कहा थोड़ा जिहा गर्म कर लियो पानी, तो मैं कहा थोड़ा जिहा लूण पा दो। कहते सिंधा लूण पा दो। मैं कहा हाँ जी वो पा दिओ। उठ के आप पानी गर्म करके सानू छकाउण लग पे। संत दे साध दी निशानी, जन्म जन्म की इस मन को मल लागी। ये समा है कतक वधी 9 संमत 1563, भाई सूगे ते माता गौरा के गृह विखे ये जन आया। पूर्व कर्मा करके भगती बंदगी सिमरन साधना करने वास्ते किसी जन्म की थोड़ी जी यात्रा रही होनी है, तो वह यात्रा 12 के साल के पूरी हो गई तो रब मिल गया। जन्म होया कत्थू नंगल बटाले के लागे। गुरु नानक देव महाराज जी भाई बाला ते मरदाना नूं लै करके ना रावी दरिया नूं पार करके ते डबरी जिथे गाइयां मझां ते पशु चारे जाते सन, रमदास रहन लग पे सी। बाबा बुढ़ा साहब जी जा करके, पहला नाम बूढ़ा सी,
ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਹੋਏ, ਬੱਚੇ ਨੂੰ ਬੁਲਾ ਕਰਕੇ ਜਿੱਦਾਂ ਸੀ ਮਾਤਾ ਪਿਤਾ ਹੋਰ ਖਾਇਚ ਤੇ ਮਨ ਦੀ ਅਵਸਥਾ ਵੇ ਕਿਹੜਾ ਸ਼ੌਂਕ ਹੈ, ਗੱਲਾਂ ਬਾਤਾਂ ਹੋਈਆਂ ਤੇ ਆਪ ਸੰਗਤਾਂ ਨੂੰ ਪਤਾ ਵੀ ਨਿਰੰਕਾਰੀ ਜੋਤ ਰੱਬ ਕਹਿੰਦਾ ਵੀ ਸਰੀਰ ਦੀ ਆਯੂ ਤਾਂ ਕੇਵਲ 12 ਸਾਲ ਹੈ। ਇਹ ਕਿੰਨੇ ਕੁ ਜਨਮ ਲਾਏ ਇੱਥੇ ਤੱਕ ਪਹੁੰਚਣ ਵਾਸਤੇ। ਇਹ ਗਿਆਨ ਦੀਆਂ ਗੱਲਾਂ ਤਾਂ ਗਿਆਨੀ ਨਹੀਂ ਕਰਦੇ, ਮੌਤ ਦੀ ਗੱਲ ਤਾਂ ਵਿਦਵਾਨ ਨਹੀਂ ਕਰਦਾ, ਕਿਸੇ ਨੂੰ ਪਸੰਦ ਨਹੀਂ ਹੈ। ਇਹ ਜਿਨ੍ਹਾਂ ਨੇ ਵੇਦ ਸ਼ਾਸਤਰ ਕੰਠਸਥ ਕੀਤੇ ਆ, ਵਿਆਸਾ ਰਿਖੀ ਵਰਗੇ, ਉਹਨਾਂ ਨੂੰ ਨਹੀਂ ਪਤਾ। ਤੇ ਜਿਹੜੀ ਗੱਲ ਤੂੰ ਬੱਚਾ ਕਰਦਾ, ਕਹਿੰਦੇ ਇਹ ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ, ਭਾਗਤ ਤੇਰਾ ਸੋਈ ਤੁਧ ਭਾਵੈ ਜਿਸਨੂੰ ਤੂੰ ਰੰਗ ਧਰਤਾ। ਤੂੰ ਵੱਡ ਦਾਤਾ ਤੂੰ ਵੱਡ ਦਾਨਾ ਔਰ ਨਹੀਂ ਕੋ ਦੂਜਾ, ਤੂੰ ਸਮਰੱਥ ਸੁਆਮੀ ਮੇਰਾ ਹੋਂ ਕਿਆ ਜਾਣਾ ਤੇਰੀ ਪੂਜਾ। ਤੇਰਾ ਮਹਿਲ ਹੈ ਗੋਚਰ ਮੇਰੇ ਪਿਆਰੇ, ਬਿਕਮ ਤੇਰਾ ਹੈ ਭਾਣਾ, ਕਹੋ ਨਾਨਕ ਟਹਿ ਪਿਆ ਦੁਆਰੇ ਰੱਖ ਲੇਵੋ ਮੁਗਤ ਅਜਾਣਾ। ਸਭ ਵਿਦ ਮਾਨਿਓ ਮਨ ਸਮਰਪਨ ਆਪਾ ਪਾਪ ਖਤਮ, ਬਿਲਕੁਲ ਜੀਰੋ। ਮਹਾਰਾਜ ਜੀ ਮੇਰੀ ਯਾਤਰਾ ਹੋ ਗਈ, ਹੁਣ ਅੱਗੇ ਇਹ ਯਾਤਰਾ ਤੁਸੀਂ ਕਰਾਉਣੀ ਹੈ। ਸਭ ਕੁਝ ਅਰਪਣ ਕਰ ਦਿੱਤਾ। ਗੁਰਦੇਵ ਪਿਤਾ ਜੀ ਕਹਿੰਦੇ ਬੂੜਾ ਨਾਮ ਸ਼ੋਭਾ ਨਹੀਂ ਦਿੰਦਾ। ਜਿਹੜੇ ਤੇਰੇ ਵਿਚਾਰ ਹੈ ਮੈਂ ਦੇਖੇ, ਬਹੁਤ ਵੱਡੇ ਵੱਡੇ ਉਮਰ ਕਰਕੇ ਸਿਆਣੇ, ਉਹ ਗੱਲ ਇਹੋ ਜਿਹੀ ਕਿ ਬੰਦਾ ਕਹਿੰਦਾ ਵੀ ਤੇ ਦਿਮਾਗ ਨੂੰ ਕੀ ਹੋ ਗਿਆ। ਸਾਰੀ ਜ਼ਿੰਦਗੀ ਇਹੀ ਕੁਝ ਸਿੱਖਿਆ ਇਸਨੇ, ਕਿਉਂਕਿ ਜੋ ਸਾਡੇ ਅੰਦਰ ਹੈ ਨਾ ਉਹ ਸਾਡੇ ਚਿਹਰੇ ਤੇ ਹੈ। ਜੋ ਪਾਵੇ ਭਾਂਡੇ ਵਿੱਚ ਵੱਧ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਕੋਈ ਸ਼ਬਦਾਂ ਨਾਲ ਨਿਕਲ ਜਾਂਦਾ, ਕੋਈ ਵਾਈਬ੍ਰੇਸ਼ਨ ਦੇ ਨਾਲ ਨਿਕਲ ਜਾਂਦਾ। ਤੁਹਾਡੀ ਰੋਮਾਂ ਚੋਂ ਤੁਹਾਡੇ ਸਰੀਰ ਚੋਂ ਸਾਹ ਤੇ ਹਵਾ ਦੇ ਰਾਹੀਂ ਜੋ ਬਾਹਰ ਸਾਹ ਆਉਂਦਾ, ਜੋ ਤੁਹਾਡੇ ਅੰਦਰ ਹੈ, ਤੇ ਜੇ ਮੈਲੇ ਵਿਚਾਰ ਹੈ ਤੇ ਉਹ ਸਾਹ ਸਰੀਰ ਦੀ ਮੈਲ ਦੇ ਨਾਲ, ਤੁਹਾਡੇ ਵਿਚਾਰਾਂ ਦੀ ਮੈਲ ਦੇ ਨਾਲ ਵੀ ਭਰਪੂਰ ਹੋ ਜਾਂਦਾ। ਉਹ ਗੰਦਾ ਸਾਹ ਜਦੋਂ ਬਾਹਰ ਆਉਂਦਾ ਸਾਡੇ ਅੰਦਰੋਂ, ਫਿਰ ਜਿੱਥੇ ਜਿੱਥੇ ਜਾਂਦਾ ਉਹ ਆਪਣਾ ਕੰਮ ਕਰਦਾ। ਸਪਿਰਟ ਦਾ ਪਤਾ ਨਾ, ਤੇਲ ਦਾ ਪਤਾ ਨਾ, ਵੀ ਜਿੱਥੇ ਜਿੱਥੋਂ ਲੰਘ ਜਾਵੇ ਤਾਂ ਦਿਹਾਈ ਲੱਗ ਜਾਂਦੀ ਹੈ। ਤੇ ਜਿਨ੍ਹਾਂ ਦਾ ਅੰਦਰ ਪਵਿੱਤਰ ਭਿੱਜੇ ਹੋਏ ਨਾਮ ਦੇ ਨਾਲ, ਉਹ ਜੇ ਕੁਛ ਵੀ ਨਹੀਂ ਕਰਦੇ, ਕੇਵਲ ਬੈਠੇ ਆ। ਅੰਤਰ ਸੁਣਨ ਬਾਹਰ ਸੁਣਨ, ਤੇਰੇ ਭਵਨ ਸੁਣਨ ਸੁਣਨ। ਉੱਠਦਿਆਂ ਬਹਿੰਦਿਆਂ ਜਾਗਦਿਆਂ ਹਰੀ ਹਰੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ, ਉਹਨਾਂ ਦੇ ਅੰਦਰੋਂ ਕੁਝ ਵੀ ਨਹੀਂ ਬੋਲਦੇ। ਜਿਹੜਾ ਸਾਹ ਬਾਹਰ ਆਉਣਾ ਉਹ ਨਾਮ ਚ ਭਿੱਜਾ ਹੋਇਆ ਹੋਣਾ। ਉਹਨੇ ਵੀ ਜਿੱਥੋਂ ਜਿੱਥੋਂ ਜੀ ਲੰਘਣਾ ਫਿਰ ਪਵਿੱਤਰ ਹੋ ਜਾਣਾ। ਪਵਿੱਤਰ 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 ਪਨੀਤ ਨਾਮ ਜਪੇ ਨਾਨਕ, ਮਨ ਪੀਤੇ ਭੁਲੇਖਾ ਕੱਢ ਦਿਓ ਵੀ ਕਰਮ ਕੀਤੇ ਤੇ ਕਰਮ ਬਣਨਾ, ਕਰਮ ਸੋਚ ਕੇ ਵੀ ਪਾਪ ਬਣਨਾ। ਗੰਦੇ ਖਿਆਲ ਨੇ ਵੀ ਤੇ ਤੁਹਾਨੂੰ ਜ਼ੁਲਮੀ ਬਣਾ ਦੇਣਾ। ਇੰਨਾ ਕੁ ਖਿਆਲ ਰੱਖਿਓ ਗੁਰਮੁਖ ਪਿਆਰਿਓ, ਖਹਿੜੇ ਪੈ ਗਏ ਤੇ ਤੁਹਾਡੇ ਨਾਲ ਇਹ ਕਰਤਾਰਪੁਰ ਨੂੰ ਜਾਣਾ। ਘਰਦਿਆਂ ਨੂੰ ਪਤਾ ਲੱਗਾ, ਸਾਖ ਸੰਬੰਧੀਆਂ ਨੂੰ ਪਤਾ ਲੱਗਾ, ਸਿਆਣੇ ਪੁਰਖਾਂ ਨੇ ਕਿਹਾ ਤੁਹਾਡੇ ਵੱਡੇ ਭਾਗ, ਇਹ ਕਲਯੁਗ ਦਾ ਅਵਤਾਰ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਵਰਿਓ, ਭਰਪੂਰ ਸਲ ਘਟ ਰਿਓ ਵਿਆਪੇ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਮੇਸ਼ਰ ਦਾ ਸਰੂਪ ਹੈ। ਉਹ ਤੁਹਾਡੇ ਬੱਚੇ ਦਾ ਕੋਈ ਹਿਸਾਬ ਕਿਤਾਬ ਹੋਵੇਗਾ ਜਿਹੜਾ ਰੱਬ ਆਪਣੇ ਨਾਲ ਹੀ ਲੈ ਗਿਆ। ਫਿਰ ਘਰ ਦੇ ਗਏ, ਲੱਭੇ ਨਾ, ਕਹਿੰਦੇ ਕਿੱਥੇ ਲੁਕੋਇਆ, ਉਹਨੂੰ ਕਿਤੇ ਸਾਧ ਨਾ ਬਣਾ ਦਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਲੰਘੇ ਥੱਲੇ ਬੈਠਾ, ਇਹ ਕਹਿੰਦੇ ਤੁਹਾਡਾ ਬੱਚਾ ਨਹੀਂ ਹੈਗਾ, ਇਹ ਤਾਂ ਕੋਈ ਬੁੱਢਾ ਬਜ਼ੁਰਗ ਬੈਠਾ। ਫਿਰ ਦੇਖੋ ਕਿੱਡੀ ਵਡਿਆਈ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਿੱਤੀ। ਇਸ ਬ੍ਰਹਮ ਗਿਆਨੀ ਤਤਵੇ ਤੇ ਪੂਰਨ ਪੁਰਸ਼ ਨੂੰ ਮਾਤਾ ਪਿਤਾ ਨੇ ਕਿਹਾ ਵੀ ਹੁਣ ਇਹਨੇ ਸਾਡੀ ਮੱਤ ਨਹੀਂ ਧਾਰਨ ਕਰਨੀ, ਸਾਡਾ ਕਹਿਣਾ ਨਹੀਂ ਮੰਨਣਾ, ਕਿ ਕਿਉਂਕਿ ਇਹਨੂੰ ਹੁਣ ਪਾਨ ਚੜ ਚੁੱਕੀ ਹੈ, ਇਹਨੂੰ ਰੰਗ ਚੜ ਚੁੱਕਾ।
ਇਹ ਨਾਮ ਦਾ ਇਹ ਗੁਰਮੁਖ ਰੋਮ ਰੋਮ ਹਰ ਧਿਆਵੈ। ਫਿਰ ਬੇਨਤੀ ਕੀਤੀ ਮਹਾਰਾਜ ਜੀ ਕਿ ਚਲੋ ਆਪ ਜੀ ਬਖਸ਼ਿਸ਼ ਕਰੋ, ਰਹੂਗਾ ਤੁਹਾਡਾ ਸੇਵਕ ਬਣ ਕੇ ਹੀ, ਆਨੰਦ ਕਾਰਜ ਵਾਸਤੇ ਤਾਂ ਭੇਜ ਦੋ। ਫਿਰ ਅਚਲ ਪਿੰਡ ਦੀ ਲੜਕੀ ਬੀਬੀ ਮਰੋਆ ਦੇ ਨਾਲ ਆਨੰਦ ਕਾਰਜ ਹੋਇਆ। 4 ਪੁੱਤਰ ਪੈਦਾ ਹੋਏ। ਬਾਬਾ ਬੁੱਢਾ ਸਾਹਿਬ ਜੀ ਦੇ ਗ੍ਰਹਿ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਜਿਨ ਤੂੰ ਜਾਤਾ ਸੋ ਗ੍ਰੇਤ ਉਦਾਸੀ ਪ੍ਰਵਾਨ। ਗੱਲ ਪਰਮਾਤਮਾ ਨੂੰ ਜਾਣਨ ਦੀ ਹੈ। ਗ੍ਰਸਤ ਦੇ ਵਿੱਚ ਪ੍ਰਵੇਸ਼ ਹੋ ਕੇ ਉਹਨੂੰ ਜਾਣ ਲਓ, ਜਾਂ ਬ੍ਰਹਮਚਾਰੀ ਬ੍ਰਹੰਗਮ ਤੇ ਅਦਾਸੀ ਬੈਰਾਗੀ ਹੋ ਕੇ ਉਸ ਨੂੰ ਜਾਣ ਲਿਓ। ਗੱਲ ਜਾਣਨ ਦੀ ਹੈ ਵੇ ਅਕਾਲ ਪੁਰਖ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਮਿਲਾਪ ਤੇ ਮੰਜ਼ਿਲ ਤੇ ਕਿਵੇਂ ਪਹੁੰਚਿਆ ਜਾਵੇ। ਸਮਾਂ ਆਇਆ, ਬੜੀਆਂ ਪ੍ਰੀਖਿਆਵਾਂ ਆਈਆਂ ਤੇ ਬਾਬਾ ਬੁੱਢਾ ਸਾਹਿਬ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਐਨੀ ਕੁ ਕਿਰਪਾ ਬਖਸ਼ਿਸ਼ ਰਹਿਮਤ ਕਰਤੇ। ਜਦੋਂ ਸਰੀਰ ਛੱਡਣਾ ਸੀ, ਗੁਰੂ ਅੰਗਦ ਦੇਵ ਮਹਾਰਾਜ ਦੇ ਹਿਰਦੇ ਚ ਤੇ ਹੀਏ ਦੇ ਵਿੱਚ ਬਚਨ ਕਰਤਾ ਬਾਬਾ ਬੁੱਢਾ ਜੀ ਦੇ ਸਮੇਤ ਸਾਰੀ ਸੰਗਤ ਨੂੰ ਵੀ ਹੁਣ ਗੁਰੂ ਅੰਗਦ ਦੇਵ ਮਹਾਰਾਜ ਦੇ ਰੂਪ ਚ ਸਾਡੇ ਦਰਸ਼ਨ ਦਿਦਾਰੇ ਹੋਣਗੇ। ਤੇ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਬਹੁਤ ਹੀ ਵੈਰਾਗ ਗੁਰੂ ਅੰਗਦ ਦੇਵ ਮਹਾਰਾਜ ਜੀ ਕਰਦੇ ਤੇ ਐਨੇ ਵੈਰਾਗ ਦੇ ਵਿੱਚ ਆ ਕਰਕੇ ਅਪੁਰ ਸਮਾਧੀ ਦੇ ਵਿੱਚ ਦਰਵਾਜ਼ਾ ਲਾਇਆ ਤੇ ਅੰਦਰ ਬੈਠ ਗਏ। ਸਾਰਿਆਂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਜੀ ਕਿਰਪਾ ਕਰੋ, ਤੁਹਾਡਾ ਬਚਨ ਗੁਰੂ ਨਾਨਕ ਮਹਾਰਾਜ ਜੀ ਨਹੀਂ ਸੀ ਮੋੜਦੇ। ਤੁਹਾਡੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਦਿਨ ਰਾਤ ਇੱਕ ਕਰਕੇ ਸੰਗਤ ਕਰਦੇ ਰਹੇ ਭਾਈ ਲਹਿਣੇ ਜੀ ਦੇ ਰੂਪ 'ਚ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ, ਅਰਦਾਸ ਬੇਨਤੀ ਕਰਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ। ਫਿਰ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਤੇ ਸਿੱਖ ਸੰਗਤਾਂ ਨੂੰ ਖੁੱਲੇ ਪੰਡਾਲ 'ਚ ਦਰਸ਼ਨ ਦਿਦਾਰੇ ਦੇਣ ਵਾਸਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਤਾਰਨ ਵਾਸਤੇ ਤੇ ਇਹ ਦਰਸ਼ਨ ਦਿਦਾਰੇ ਦੇਣ ਲੱਗ ਪਏ। ਉੱਥੇ ਬੈਰਾਗ ਦੇ ਵਿੱਚ ਬਚਨ ਕੀਤਾ ਕਿ ਬਾਬਾ ਜੀ ਕੀ ਕਰੀਏ, ਬੈਰਾਗ ਹੀ ਇੰਨਾ ਹੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰੀਰ ਛੱਡਣ ਕਰਕੇ। ਉਸ ਤੋਂ ਬਾਅਦ ਗੁਰਮੁਖ ਪਿਆਰੋ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ, ਗੁਰਤਾ ਗੱਦੀ ਦਾ ਤਿਲਕ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਡਿਆਈ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਦੇ ਹੱਥੋਂ ਗੁਰਤਾ ਗੱਦੀ ਦਾ ਸਾਰਾ ਜੋ ਨਿਯਮ ਸੀ ਉਹ ਕਰਾਉਣਾ ਕੀਤਾ ਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਸਮੇਂ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਵੀ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥੀਂ ਦਿੱਤੀ। ਜਦੋਂ ਗੁਰੂ ਅਮਰਦਾਸ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੇ ਜਾਤ ਪਾਤ ਦਾ ਭੇਦ ਖਤਮ ਕਰਨ ਵਾਸਤੇ ਕਲਯੁਗੀ ਜੀਵਾਂ ਦਾ ਭਲਾ ਤੇ 84 ਕੱਟਣ ਵਾਸਤੇ ਇਹ ਜਿਹੜੀ ਬੌਲੀ ਤੇ 84 ਪੌੜੀਆਂ ਵਾਲਾ ਇਹ ਸਾਰਾ ਕਾਰਜ ਆਰੰਭਿਆ। ਉਸ ਵਕਤ ਵੀ ਗੁਰੂ ਅਮਰਦਾਸ ਮਹਾਰਾਜ ਨੇ ਸਭ ਤੋਂ ਪਹਿਲਾ ਟੱਕ ਬਾਬਾ ਬੁੱਢਾ ਸਾਹਿਬ ਜੀ ਦੇ ਹਸਤ ਕਮਲਾਂ ਤੋਂ ਲਵਾਇਆ। ਮੇਰਾ ਮਨ ਸਾਧ ਜਨਾ ਮਿਲ ਹਰਿਆ, ਹਉ ਬਲ 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 ਤਿੰਨ ਸਾਧ ਜਨਾ। ਉਹਨਾਂ ਸਾਧ ਜਨਾ ਤੇ ਬਾਰ ਨੇ ਬਲਿਹਾਰ ਨੇ ਲੱਖ ਵਰੀਆ ਐਨੀ ਵਡਿਆਈ ਜੇ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ, ਸਗਲੇ ਹੋਏ ਸੁਖ ਹਰ ਨਾਮ ਧਿਆਵਣਾ। ਜੀ ਕਾਰਨ ਜੈਕਾਰ ਨਿੰਦਕ ਮੂਏ ਪੱਜ। ਐਨੀ ਵਡਿਆਈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਜਦੋਂ ਸਰੀਰ ਦਾ ਬਵਾਨ ਆਰਤੀ ਚੱਕੇ ਤੇ ਮੋਹਰੇ ਬਾਬਾ ਮੋਹਰੀ ਜੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮੁੰਡਾ ਦਿੱਤਾ। ਪਿਛਲੇ ਪਾਸੇ ਬਾਬਾ ਬੁੱਢਾ ਸਾਹਿਬ ਤੇ ਗੁਰਸਿੱਖ ਭਾਈ ਬੱਲੂ ਜੀ ਨੇ ਮੁੰਡਾ ਦਿੱਤਾ। ਗੁਰੂ ਰਾਮਦਾਸ ਮਹਾਰਾਜ, ਰਾਮਦਾਸ ਛੋਟੀ ਤਿਲਕ ਦੀਆ, ਗੁਰੂ ਰਾਮਦਾਸ ਮਹਾਰਾਜ ਜੀ ਦੀ ਗੁਰਤਾ ਗੱਦੀ ਦਾ ਤਿਲਕ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੀਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਨਿਯਮ ਕਰਾਉਣਾ ਕੀਤਾ। ਗੁਰੂ ਰਾਮਦਾਸ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਸਰੀਰਕ ਚੋਲਾ ਛੱਡਣਾ ਸੀ ਫਿਰ ਭੰਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ, ਪ੍ਰਤੱਖ ਹਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ
ਗੁਰਤਾ ਗੱਦੀ ਦਾ ਤਿਲਕ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਹੱਥੀ ਦਿੱਤਾ। ਸਮੇਂ ਦੀ ਸਰਕਾਰ ਨੇ ਜਦੋਂ ਐਸਾ ਸੋਚਿਆ, ਸ਼ਾਂਤੀ ਦੇ ਪੁੰਜ ਸਬਰ ਸੰਤੋਖ ਦੇ ਸਾਗਰ ਬਾਣੀ ਦੇ ਬੋਧ ਜਿਨ੍ਹਾਂ ਸਤਿਗੁਰਾਂ ਨੇ ਤਰਸ ਕਰਕੇ ਖਲਕ ਤੇ ਨਾ ਬਣਦਾ ਜਹਾਜ਼ ਤਿਆਰ ਕਰਕੇ ਜੀਵਾਂ ਦਾ ਭਲਾ ਕਰਨ ਵਾਸਤੇ ਵੱਡਾ ਪਰ ਉਪਕਾਰ ਕੀਤਾ। ਸਰੀਰ ਦੇ ਨੁਕਸਾਨ ਦੀ ਵਿਉਂਤ ਛੇਤ ਕਰਨ ਦੀ ਪਲੈਨਿੰਗ ਬਣਾਈ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਦੋਂ ਵੀ ਵਡਿਆਈ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀ। 6ਵੇਂ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ। ਅਕਾਲ ਤਖਤ ਸਾਹਿਬ ਸਰਵੋਰ ਉਹ ਅਸਥਾਨ, ਜਦੋਂ ਇਸ ਨੂੰ ਬਣਾਉਣ ਦੀ ਸੇਵਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ ਕਰਨੀ ਆਰੰਭੀ, ਤੇ ਸਭ ਤੋਂ ਪਹਿਲਾਂ ਕਹਿੰਦੇ ਬਾਹਰੋਂ ਕੁਛ ਨਹੀਂ ਲਿਆਉਣਾ, ਸਭ ਕੁਝ ਨਾਮ ਜਪ ਕੇ ਸਿਮਰਨ ਕਰਕੇ। ਇਹ ਅਕਾਲ ਦਾ ਤਖਤ ਹੈ, ਇਹ ਪਰਮਾਤਮਾ ਦਾ ਤਖਤ ਹੈ, ਇਹ ਪਰਮੇਸ਼ਰ ਦਾ ਸਿੰਘਾਸਨ ਹੈ। ਇੱਥੇ ਜਿਹੜੀ ਵੀ ਵਸਤੂ ਇਸ ਇਮਾਰਤ ਦੇ ਵਿੱਚ ਲੱਗਣੀ ਹੈ, ਉਸ ਪਦਾਰਥ ਦੇ ਰੋਮ ਰੋਮ ਦੇ ਵਿੱਚ ਵੀ ਵਸਾਉਣਾ ਹੈ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸੇਵਾ ਬਣ ਆਈ ਸੇਵਕ ਕੋ, ਸੇਵਾ ਬਣ ਆਈ ਸੇਵਕ ਕੋ, ਸੇਵਾ ਬਣ ਆਈ ਸੇਵਕ ਕੋ, ਸੇਵਾ ਬਣ ਆਈ ਸੇਵਕ ਕੋ। ਕਿਉਂਕਿ ਹੁਕਮ ਬੂਝ ਪਰਮ ਪਦ ਪਾਈ। ਹੁਕਮ ਨੂੰ ਪਹਿਲਾਂ ਪਛਾਣਿਆ, ਨਾਨਕ ਹੁਕਮ ਹੈ ਜੇ ਬੁੱਝੈ, ਪਹਿਲਾਂ ਪਛਾਣਿਆ ਫੇਰ ਕਮਾਇਆ, ਫਿਰ ਇਹ ਸੇਵਾ ਪ੍ਰਾਪਤ ਹੋਈ ਹੱਥੀਂ। ਭਾਈ ਗੁਰਦਾਸ ਸਾਹਿਬ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਇਹ ਅਕਾਲ ਤਖਤ ਦੀ ਇਮਾਰਤ ਨੂੰ ਗੁਰਮੁਖ ਪਿਆਰਿਓ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇਖ ਰੇਖ ਦੇ ਵਿੱਚ ਬਣਾਇਆ। ਸਭ ਤੋਂ ਵੱਡਾ ਕਾਰਜ ਜਿਹਨੂੰ ਅਸੀਂ ਕਿਹਾ ਵੇ ਧੁਰਤੀ ਬਾਣੀ, ਖਸਮ ਦੀ ਬਾਣੀ ਤੇ ਸੱਚੀ ਬਾਣੀ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਬਾਣੀ, ਨਿਰੰਕਾਰ ਦੀ ਬਾਣੀ, ਤੇ ਜਦੋਂ ਨਾਮ ਬਾਣੀ ਦਾ ਜਹਾਜ਼ ਤਿਆਰ ਕੀਤਾ, ਜਿੱਥੋਂ ਗ੍ਰੰਥੀ ਸਿੰਘ ਸਾਹਿਬਾਨ ਦੀ ਪ੍ਰਥਾ ਚੱਲੀ। ਸਭ ਤੋਂ ਪਹਿਲਾਂ ਸ਼ੁਰੂਆਤ, ਤੇ ਜਦੋਂ ਤਾਬਿਆ ਬਿਠਾਲਿਆ ਤੇ ਮਨੋਂ ਬੇਨਤੀ ਕੀਤੀ, ਮਹਾਰਾਜ ਜੀ ਆਪ, ਤੇ ਫਿਰ ਇਸ਼ਾਰਾ ਹੋਇਆ ਕਿ ਪਰਮਾਤਮਾ ਪਰਮੇਸ਼ਰ ਵੱਲੋਂ ਹੁਕਮ ਹੈ। ਤਾਬਿਆ ਬੈਠ ਕੇ ਚੌਰ ਕਰ ਰਹੇ ਆ। ਕੀਰਤਨ ਦੀ ਸਮਾਪਤੀ ਹੋਈ। ਬੇਰ ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜਾ ਸਥਾਨ ਹੈ ਪਰਿਕਰਮਾ 'ਚ, ਉੱਥੇ ਬੈਠ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਸਾਹਿਬਾਂ ਦਾ ਹੁਕਮ ਸੀ ਵੀ ਦੇਖ ਰੇਖ ਕਰਕੇ ਇਹ ਕਾਰ ਸੇਵਾ ਕਰਾਉਣੀ, ਵੀ ਐਸਾ ਨਾ ਵੀ ਕੋਈ ਚੋਰੀ ਜਾਰੀ ਵਕਾਰੀ ਹੇਰਾ ਫੇਰੀ ਲੁੱਟ ਖੋਹ ਦਾ ਪੈਸਾ ਇਸ ਸੱਚਖੰਡ ਬੈਕੁੰਠ ਧਾਮ ਤੇ ਨਾ ਲੱਗ ਜਾਏ। ਕੋਈ ਐਸੀ ਰੂਹ ਨਾ ਆ ਕੇ ਇੱਥੇ ਐਸਾ ਕਾਰਜ ਕਰੇ, ਇੱਥੇ ਉਹੀ ਆਤਮਾਵਾਂ ਉਹੀ ਰੂਹਾਂ ਜਿਹੜੇ ਹਾਜ਼ਰ ਨਾਜ਼ਰ ਪਰਮਾਤਮਾ ਪਰਮੇਸ਼ਰ ਨੂੰ ਸਮਝਣ ਤੇ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਗੁਪਤ ਰੂਪ ਤੇ ਦੇਵੀ ਦੇਵਤੇ, ਪ੍ਰਤੱਖ ਤੌਰ ਤੇ ਉਹ ਸੇਵਾਦਾਰ ਜਿਨ੍ਹਾਂ ਦੇ ਸਿਰ ਤੋਂ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸੁੱਤਿਆਂ ਬਹਿੰਦਿਆਂ ਉੱਠਦਿਆਂ ਤੁਰਦਿਆਂ ਫਿਰਦਿਆਂ ਜਾਗਦਿਆਂ ਖਾਂਦਿਆਂ ਪੀਂਦਿਆਂ ਇੱਕੋ ਹੀ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਸਿਮਰਨ ਚੱਲਦਾ ਸੀ। ਫਿਰ ਬਚਨ ਆਇਆ, ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ, ਸੂਈ ਮਹੱਲਾ ਪੰਜਵਾ, ਸੰਤਾਂ ਕੇ ਕਾਰ ਜਾਪ। ਅਸੀਂ ਇਮਾਰਤ ਪਾਉਂਦੇ ਆਪਣੇ ਵਾਸਤੇ,
ਅਸੀਂ ਅਸਥਾਨ ਬਣਾਉਂਦੇ ਆਪਣੇ ਵਾਸਤੇ, ਅਸੀਂ ਕਾਰੋਬਾਰ ਕਰਦੇ ਆਪਣੇ ਵਾਸਤੇ। ਉਹ ਪਰਮਾਤਮਾ ਦੀ ਦਇਆ ਦੇਖੋ, ਕਿਰਪਾਲਤਾ ਦੇਖੋ, ਉਹਦੀ ਬਖਸ਼ੀਸ਼ ਦੇਖੋ। ਇਹ ਸੰਗਤਾਂ ਵਾਸਤੇ, ਸੰਤਾਂ ਦੇ ਵਾਸਤੇ। ਉਹ ਦੁਨੀਆ ਦੇ ਕੋਨੇ ਕੋਨੇ ਤੋਂ ਕੋਈ ਵੀ ਆਵੇ, ਖੱਤਰੀ ਬ੍ਰਾਹਮਣ ਸੂਦ ਵੈਦ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇੰਨੀ ਵਡਿਆਈ। ਜਦੋਂ ਫਿਰ ਪਤਾ ਸੀ ਵੀ ਜਿਸ ਤਰ੍ਹਾਂ ਸਰੀਰ ਕਰਕੇ ਬਾਬਾ ਨਾਨਕ ਜੀ ਨਹੀਂ ਰਹੇ, ਸਰੀਰ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨਹੀਂ ਰਹੇ, ਸਰੀਰ ਕਰਕੇ ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ ਨਹੀਂ ਰਹੇ। ਛੇਵੇਂ ਪਾਤਸ਼ਾਹ ਜੀ ਇਹ ਮੇਰੀ ਸੇਵਾ ਦਰ ਤੇ ਪ੍ਰਵਾਨ ਕਰਿਓ। 12 ਸਾਲ ਦੀ ਉਮਰ ਦੇ ਵਿੱਚ ਸੇਵਾ ਆਰੰਭੀ, ਅੱਜ 113ਵਾਂ ਸਾਲ ਚੱਲ ਰਿਹਾ। 113ਵਾਂ ਸਾਲ। 125 ਸਾਲ ਦੀ ਆਜੂ ਹੋਈ ਬਾਬਾ ਬੁੱਢਾ ਸਾਹਿਬ ਜੀ ਦੇ ਸਰੀਰ ਦੀ। ਕਿੰਨੀ ਕੁ ਪਵਿੱਤਰਤਾ ਹੋਵੇਗੀ ਇਸ ਸਰੀਰ ਦੇ ਵਿੱਚ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿੰਦੇ ਅਸੀਂ ਤਾਂ ਤੁਹਾਡੇ ਤੋਂ ਪੜ੍ਹੇ ਹਾਂ, ਤੁਸੀਂ ਪਤਾ ਨਹੀਂ ਕਿੰਨੀਆਂ ਕਿ ਸਿੱਖ ਸੰਗਤਾਂ ਨੂੰ ਗੁਰਮਤਿ ਪੜ੍ਹਾਈ, ਗੁਰਬਾਣੀ ਦੀ ਸੰਥਿਆ ਕਰਾਈ। ਸਾਰੇ ਗੁਰੂ ਸਾਹਿਬਾਨ ਦੇ ਮੇਰੇ ਤੋਂ ਪਹਿਲਾਂ ਤੁਸੀਂ ਉਹਨਾਂ ਦਾ ਨਿੱਘਾ ਗੋਦ ਪਿਆਰ ਦਾ ਆਨੰਦ ਮਾਣਿਆ, ਉਹਨਾਂ ਦਾ ਬਚਨ ਮੰਨਿਆ। ਤੁਹਾਡਾ ਤਾਂ ਨਾਮ ਲੈ ਕੇ ਅਨੇਕਾਂ ਹੀ ਪਾਪੀਆਂ ਦਾ ਪਾਰ ਉਤਾਰਾ ਹੋ ਜਾਵੇਗਾ। ਗਾਵਤੇ ਸੁਣ ਉਧਰੇ ਸੁਣਤੇ ਉਧਰੇ ਬਿਰਸੇ ਪਾਪ ਕਨੇਰੇ, ਨਾਨਕ ਦਾ ਤੇਰੀ ਸਰਨਾਈ ਸਦਾ ਸਦਾ ਬਲਾ। ਜੈ ਜੈਕਾਰ ਕਰੇ ਸਭ ਕੋਈ, ਹਰ ਮਨ ਤਨ ਬਸਿਆ ਸੋਈ। ਛੇਵੇਂ ਪਾਤਸ਼ਾਹ ਕਹਿੰਦੇ ਦੱਸੋ, ਕਹਿੰਦੇ ਜਦੋਂ ਨਾ ਅਖੀਰਲਾ ਸਵਾਸ ਹੋਵੇਗਾ, ਪਤਾ ਨਹੀਂ ਹੁੰਦਾ ਮਹਾਰਾਜ ਅਖੀਰਲੇ ਸਵਾਸ ਦਾ, ਅਖੀਰਲੇ ਸਮੇਂ ਦਾ ਵੱਡੇ ਵੱਡੇ ਥਿਰਕ ਜਾਂਦੇ ਆ। ਆਪ ਜੀ ਕਿਰਪਾ, ਆਪ ਜੀ ਰਹਿਮਤ ਕਰਦੇ ਹੋ। ਜਦੋਂ ਸਮਾਂ ਆਇਆ ਬਾਬਾ ਵਿਧੀ ਚੰਦ ਵੀ ਉੱਥੇ ਪਹੁੰਚੇ। ਛੇਵੇਂ ਪਾਤਸ਼ਾਹ ਬੇਅੰਤ ਬ੍ਰਹਮ ਗਿਆਨੀਆਂ ਤੇ ਸਿੱਖ ਸੰਗਤਾਂ ਨੂੰ ਲੈ ਕਰਕੇ ਉੱਥੇ ਪਹੁੰਚੇ। ਜਦੋਂ ਦਰਸ਼ਨ ਦਿਦਾਰੇ ਕੀਤੇ, ਗਦ ਗਦ ਕਰਕੇ ਬਾਬਾ ਬੁੱਢਾ ਸਾਹਿਬ ਜੀ ਬਿਰਧ ਬਾਪੂ ਐਨਾ ਕੁ ਖੁਸ਼ ਹੋਇਆ, ਕਹਿੰਦੇ ਬਸ ਹੁਣ ਕੋਈ ਚਿੰਤਾ ਨਹੀਂ, ਹੁਣ ਇਹ ਪੱਕਾ ਹੋ ਗਿਆ। ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਛੇਵੇਂ ਪਾਤਸ਼ਾਹ ਜੀ ਨੇ ਸੰਪੂਰਨ ਜਪਜੀ ਦਾ ਜਾਪ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੇ ਸੰਪੂਰਨ ਜਪਜੀ ਦਾ ਜਾਪ ਕੀਤਾ। ਤੇ ਗੁਰਮੁਖ ਪਿਆਰਿਓ, ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭਰਮ ਕੇ ਕਾਈ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੈ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਕਿਉਂਕਿ ਇਹ ਹਫ਼ਤੇ 'ਚ ਪਿਛਲੇ ਦਿਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਸੀ। 7ਵੇਂ ਤੇ 8ਵੇਂ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਤੇ 7ਵੇਂ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਸੀ। ਤੇ ਸਿੱਖ ਸੰਗਤਾਂ ਸੇਵਾਦਾਰਾਂ ਵੱਲੋਂ ਕੱਲ੍ਹ ਤੋਂ ਸ੍ਰੀ ਅਖੰਡ ਪਾਠ ਸਾਹਿਬ ਉਹਨਾਂ ਮਰਜੀ ਵੜਿਆਂ ਸੂਰਵੀਰ ਯੋਧਿਆਂ ਤੇ ਧੰਨ ਧੰਨ ਬਾਬਾ ਭਾਈ ਮਨੀ ਸਿੰਘ ਜੀ, ਬੰਦਾ ਬਹਾਦਰ, ਬੰਦਾ ਸਿੰਘ ਬਹਾਦਰ ਜੀ ਨੂੰ ਵਾਕਿਆ ਹੀ ਬੰਦਾ ਦਸ਼ਮੇਸ਼ ਪਿਤਾ ਜੀ ਨੇ ਬਣਾਇਆ ਪੂਰਵ ਕਰਮਾਂ ਕਰਕੇ। ਜੇ ਆਪ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਕਰਦੇ ਰਹੇ ਸਵਾਦ, ਤੇ ਕੱਲ ਦਿਲ ਦੇ ਦੀਵਾਨਾਂ ਦੇ ਵਿੱਚ ਆਪਾਂ ਰਲ ਮਿਲ ਕੇ ਵਿਚਾਰਾਂਗੇ ਕਿ ਕਿੰਨਾ ਕੁ ਭਰੋਸਾ ਜਿਹੜੇ ਅਰਦਾਸ ਕਰਦੇ ਜਿਵੇਂ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਇਓ, ਤੇ ਕਿੱਦਾਂ ਨਿਭੀ। ਤੇ ਬੰਦਾ ਸਿੰਘ ਬਹਾਦਰ ਤੇ ਜਿਹੜਾ ਥਾਪੜਾ ਦਸ਼ਮੇਸ਼ ਪਿਤਾ ਜੀ ਨੇ ਹਜੂਰ ਸਾਹਿਬ ਦੀ ਧਰਤੀ ਤੋਂ ਦਿੱਤਾ, ਤੇ ਉਹਦੇ ਨਾਲ ਵੀ ਕਿੰਨੇ ਕੁ ਜ਼ਾਲਮਾਂ ਦਾ ਸੌਦਾ ਲਾਇਆ। ਤੇ ਅਖੀਰ ਦੇ ਵਿੱਚ 100/100 ਨੰਬਰ ਲੈ ਕਰਕੇ ਕਿਵੇਂ ਜਾਮੇ ਸ਼ਹਾਦਤ ਦਾ ਜੰਮ ਪੀਤਾ, ਉਹ ਕੱਲ੍ਹ ਦੇ ਦੀਵਾਨਾਂ 'ਚ ਆਪਾਂ ਸਰਵਣ ਕਰਾਂਗੇ। ਤੇ ਹੋਈਆਂ ਗਲਤੀਆਂ ਦੀ ਖਿਮਾ ਅਰਦਾਸ ਬੇਨਤੀ ਕਰਿਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ। ਬਸ ਮਹਾਰਾਜ ਜੀ ਇੱਕੋ ਬੇਨਤੀ ਹੈ, ਜਿਸ ਵਾਸਤੇ ਮਨੁੱਖ ਜਾਮਾ ਦਿੱਤਾ ਮਨੁੱਖ ਦੇਹੀ ਦਿੱਤੀ, ਇਹ ਰਹਿਮਤ ਕਰ ਦਿਓ, ਇਹ ਬਖਸ਼ਿਸ਼ ਕਰ ਦਿਓ। ਐਸਾ ਹੋ ਨਹੀਂ ਸਕਦਾ ਵੀ ਸਾਡੇ ਹਿਰਦੇ 'ਚੋਂ ਨਿਤ ਇਹ ਅਰਦਾਸ ਹੋਵੇ ਤੇ ਗੁਰੂ ਨਾਨਕ ਮਹਾਰਾਜ ਜੀ ਪੂਰੀ ਨਾ ਕਰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੂਰੀ ਨਾ ਕਰਨ। ਤੇ ਇਹ
ਮੈਨੂੰ ਪੂਰਾ ਭਰੋਸਾ ਹੈ ਤੇ ਜਿਹੜੇ ਅਜੇ ਇਸ ਮਾਰਗ ਤੇ ਚੱਲੇ ਨਹੀਂ, ਜਿਨ੍ਹਾਂ ਨੂੰ ਕੋਈ ਸਮਝ ਨਹੀਂ ਪਈ ਅੰਤਰਮੁਖੀ ਦੀ, ਅੰਤਰ ਬਿਰਤੀ ਦੀ, ਭਗਤੀ ਬੰਦਗੀ ਸਿਮਰਨ ਸਾਧਨਾ ਦੀ, ਚਲੋ ਇਹਨਾਂ ਚੀਜ਼ਾਂ ਦਾ ਗਿਆਨ ਵਾਸਤੇ ਉਹ ਪਹਿਲਾਂ ਅਰਦਾਸਾਂ ਕਰ ਦੇਣ, ਮਹਾਰਾਜ ਵੀ ਸਮਝ ਤਾਂ ਆ ਜਾਵੇ। ਅਸੀਂ ਤਾਂ ਜੀਵਨ ਕੁਝ ਹੋਰ ਹੀ ਜੀਵਨ ਸਮਝ ਲਿਆ ਵੀ ਕੀ ਜੀਵਨ ਹੈ ਆਪ ਜੀ ਦੀ ਨਿਗਾਹ ਦੇ ਵਿੱਚ। ਫਿਰ ਮਹਾਰਾਜ ਜੀ ਕਹਿਣਗੇ ਸਫਲ ਸਫਲ ਭਈ ਸਫਲ ਯਾਤਰਾ ਆਵਨ ਜਾਣ ਰਹੇ, ਜੰਮਣ ਮਰਨਾ ਖਤਮ ਮਿਲੇ ਸਾਧ। ਜਿਨ੍ਹਾਂ ਨੇ ਜੀਵਨ ਮੁਕਤੀ ਦਾ ਅਹਿਸਾਸ ਕੀਤਾ ਉਹਨਾਂ ਦੀ ਸੰਗਤ ਕਰ ਲੋਗੇ ਤੇ ਪਤਾ ਲੱਗ ਜਾਊਗਾ ਵੀ ਐਸੇ ਜੀਵਨ ਦਾ ਕਿੰਨਾ ਕੁ ਆਨੰਦ ਹੈ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਯਾਦ, ਅਤੀਤ ਦਾ ਕੋਈ ਡਰ ਨਹੀਂ ਜੋ ਪਿੱਛੇ ਹੋ ਗਿਆ, ਆਗੇ ਸਮਝ ਚਲੋ ਆਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ। ਆਉਣ ਵਾਲੇ ਸਮੇਂ 'ਚ ਇੱਕੋ ਹੀ ਅਰਦਾਸ ਹੈ ਇਹ ਮਹਾਰਾਜ ਜੀ ਬਸ ਆਪ ਜੀ ਦੀ ਯਾਦ ਨਾ ਭੁੱਲੇ, ਬਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਤੇ ਰਾਤ ਨਾਨਕ ਚਾਓ ਇਹੋ। ਹੋਈਆਂ ਗਲਤੀਆਂ ਦੀ ਖਿਮਾ ਰਸਨਾ ਨੂੰ ਕਰੋ ਬਿੰਦਰ ਗੱਜ ਕੇ ਬਰਾਬ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸਿੱਖੋ ਸ਼ਬਦ ਪਿਆਰ ਹੋ। ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ ਰਾਮ ਕਰੀ ਮਹਲਾ ਤੀਜਾ। ਆਨੰਦ ਏਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ, ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਗਾਹੇ ਨਾਨਕ ਆਨੰਦ ਹੋਆ ਸਤਿਗੁਰੂ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ। ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ, ਸਭ ਕਿਛ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਨ ਕੇ ਮਨ ਵਸਿਆ ਬਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ। ਕਿਆ ਨਾਹੀ ਕਰਤੇ ਰਹਿ ਸਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰ ਵਿਠੋ, ਜੇਦੀਆਂ ਇਹ ਵਡਿਆਈਆ। ਕਹੈ ਨਾਨਕ ਸੁਣੋ ਸੰਤੋ ਸਭ ਤਰੋ, ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਦ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤਹਿ ਸੁਖ ਹੋਆ, ਚਿਤ ਘਰ ਅਨਹਦ ਵਾਜੇ। ਆਨੰਦ ਸੁਨਹੁ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪਨੀਤ ਕਹਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਧਰਤ ਮਾਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲਿਆ ਸਗਲ ਜਾਗੁਤ। ਚੰਗਿਆਈਆ ਬਰਿਆਈਆ ਵਾਚੇ ਧਰਮ ਦੂਰ, ਕਰਮੀ ਆਪੋ ਆਪਣੀ। ਕੇ ਨੇੜਾ ਕੇ ਦੂਰ, ਜਿਨੇ ਨਾਮ ਤੇਰਾ। ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾ, ਜਿਨੇ ਨਾਮ ਤੇ ਆਇਆ। ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ